ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਜੀ ਮੌਜੂਦ ਨੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ। ਨਜ਼ਰਾਂ ਬਣੀਆਂ ਹੋਈਆਂ ਸੀ ਕਿ ਮਾਨਸਾ ਦੇ ਵਿੱਚ ਜਿਹੜੀ ਕੈਬਨਿਟ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸੱਦੀ, ਉਹਦੇ ਵਿੱਚ ਕੀ ਬਣਿਆ ਉਹ ਸਾਰਾ ਕੁਝ ਬਾਹਰ ਆ ਚੁੱਕਿਆ ਕਿ ਕੱਚੇ ਅਧਿਆਪਕਾਂ ਨੂੰ ਕਿਵੇਂ ਪੱਕਾ ਕੀਤਾ ਜਾਊਗਾ, ਜਾਂ ਅਵਾਰਾ ਪਸ਼ੂਆਂ ਨੂੰ ਲੈ ਕੇ ਵੀ ਸਰਕਾਰ ਨੇ ਫੈਸਲਾ ਲਿਆ ਜੇ ਕੋਈ ਉਹਨਾਂ ਦੀ ਮਾਰ ਦੇ ਵਿੱਚ ਆਉਂਦਾ ਉਹਨੂੰ 5 ਲੱਖ ਰੁਪਇਆ ਅਸੀਂ ਦਿਆਂਗੇ। ਬਾਕੀ ਇਹ ਹੈ ਕਿ ਉਹ ਕਹਿੰਦੇ ਅਸੀਂ ਨੀਤੀ ਵੀ ਲੈ ਕੇ ਆ ਰਹੇ ਹਾਂ ਕਿ ਅਵਾਰਾ ਪਸ਼ੂਆਂ ਦੇ ਉੱਤੇ ਕਿੱਦਾਂ ਕੰਟਰੋਲ ਕੀਤਾ ਜਾਵੇ। ਹੋਰ ਵੀ ਵੱਖ-ਵੱਖ ਗੱਲਾਂ ਨੂੰ ਅਗਲੇ ਦਿਨਾਂ ਦੇ ਵਿੱਚ ਵਿਸ਼ੇਸ਼ ਜਿਹੜਾ ਉਹ ਸੈਸ਼ਨ ਸੱਦਿਆ ਗਿਆ 19 ਤੇ 20 ਜੂਨ ਨੂੰ। ਉਹਦੇ ਵਿੱਚ ਹੁਣ ਅੱਗੇ ਜਾ ਕੇ ਕੀ ਫੈਸਲੇ ਹੁੰਦੇ ਨੇ। ਹੋ ਸਕਦਾ ਹੈ ਕਿ RDF ਜਿਹੜਾ ਕੇਂਦਰ ਸਰਕਾਰ ਦੇ ਨਾਲ ਪੇਚਾ ਪਿਆ ਹੋਇਆ ਜਾਂ ਲੋਨ ਲਿਮਿਟ ਦੇ ਵਿੱਚ ਬਾਰੇ ਸੀ, ਜਾਂ ਫਿਰ NHM ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਸਿਹਤ ਸੇਵਾਵਾਂ ਨੂੰ ਜਿਹੜਾ ਪ੍ਰਭਾਵ ਪੈ ਰਿਹਾ ਉਹਨਾਂ ਉੱਤੇ ਅਸਰ ਪੈ ਰਿਹਾ, ਉਹਨੂੰ ਲੈ ਕੇ ਵੀ ਗੱਲਬਾਤ ਅੱਗੇ ਤੁਰ ਸਕਦੀ ਹੈ। ਪਰ ਹਾਲ ਦੀ ਘੜੀ ਜਦੋਂ ਅਸੀਂ ਗੱਲ ਕੱਚੇ ਮੁਲਾਜ਼ਮਾਂ ਦੀ ਕਰਦੇ ਹਾਂ ਜਾਂ ਠੇਕੇ ਤੇ ਭਰਤੀ ਮੁਲਾਜ਼ਮਾਂ ਦੀ ਕਰਦੇ ਹਾਂ, ਉਹਨਾਂ ਨੂੰ ਰੈਗੂਲਰ ਕੀਤੇ ਜਾਣ ਦੀ ਗੱਲ। ਪਰ ਕੱਚੇ ਮੁਲਾਜ਼ਮ ਇਹਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਸਾਡੇ ਨਾਲ ਸਰਕਾਰ ਨੇ ਉਹਨਾਂ ਵਾਂਗੂ ਨਹੀਂ ਕੀਤਾ ਕਿ ਜਿਹੜੇ ਰੈਗੂਲਰ ਜਿਹੜੇ ਸਰਕਾਰੀ ਤੌਰ ਦੇ ਉੱਤੇ, ਕਿਉਂਕਿ ਤਨਖਾਹਾਂ ਦੇ ਵਿੱਚ ਵਾਧਾ ਸਰਕਾਰ ਨੇ ਜਿਸ ਤਰੀਕੇ ਨਾਲ ਕੀਤਾ, ਉਹ ਡਾਕਟਰ ਸਾਹਿਬ ਦੱਸਣਗੇ ਕਿ ਆਖਿਰਕਾਰ ਇਹ ਪੂਰਾ ਮਸਲਾ ਕੀ ਹੈ। ਇੱਕ ਪਾਸੇ ਤਾਂ ਰੈਗੂਲਰ ਕਰਨ ਦੀ ਗੱਲ, ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਆ, ਤੇ ਦੂਜੇ ਬੰਨੇ ਉਹ ਕਹਿੰਦੇ ਨੇ ਕਿ ਅਸੀਂ ਇਹਦੇ ਨਾਲ ਸੰਤੁਸ਼ਟ ਨਹੀਂ ਜੋ ਕੁਝ ਸਰਕਾਰ ਨੇ ਕੀਤਾ ਪੂਰਾ। ਡਾਕਟਰ ਸਾਹਿਬ ਮੈਂ ਚਾਹਾਂਗਾ ਕਿ ਇੱਥੋਂ ਸ਼ੁਰੂ ਕਰੀਏ। ਸੁਖਵਿੰਦਰ ਜੀ, ਇਹ ਇਸ਼ੂ ਇਸ ਤਰ੍ਹਾਂ ਹੈ ਕਿ ਇਹ ਬੜਾ ਪੁਰਾਣਾ, ਮੈਂ ਜਦੋਂ ਬੋਰਡ ਵਿੱਚ ਚੇਅਰਮੈਨ ਸੀ ਨਾ, ਤੇ ਸਾਡੇ ਬਹੁਤ ਕੁਛ ਇੰਪਲੋਈਜ਼ ਜਿਹੜੇ ਨਾ ਐਡਹੌਕ ਰੱਖੇ ਹੋਏ ਸੀਗੇ। ਔਰ ਉਹਨਾਂ ਐਡਹੌਕ ਰੱਖਣ ਦਾ ਤਰੀਕਾ ਇਹ ਹੁੰਦਾ ਸੀਗਾ ਕਿ ਉਦੋਂ ਦੇਖੋ ਸਿਫਾਰਿਸ਼ ਜਿਸ ਨੂੰ ਕਿਸੇ ਦੀ ਆ ਗਈ ਤੇ ਚੇਅਰਮੈਨ ਸਾਹਿਬ ਦੇ ਕੋਲ ਜੇ ਪਾਵਰ ਹੈ ਜਾਂ ਸੈਕਟਰੀ ਕੋਲ ਪਾਵਰ ਹੈ, ਤੇ ਉਹ ਉਹਨਾਂ ਨੂੰ ਕੁਝ ਸੀਮਤ ਸਮੇਂ ਵਾਸਤੇ ਉਹ ਐਡਹੌਕ ਅਪੁਆਇੰਟਮੈਂਟ ਮਿਲ ਜਾਂਦੀ ਹੁੰਦੀ ਸੀ। ਔਰ ਫਿਰ ਉਹ ਆਪਾਂ ਨੂੰ ਪਤਾ ਹੈ ਕਿ ਪੋਲੀਟੀਕਲ ਪ੍ਰੈਸ਼ਰ ਹੁੰਦਾ ਸੀਗਾ, ਤੇ ਉਹਨਾਂ ਨੂੰ ਉਹ ਅੱਗੇ 6 ਮਹੀਨੇ ਕਰਕੇ ਕੰਟੀਨਿਊ ਕਰਵਾਈ ਜਾਂਦੇ ਸੀ। ਇਹ ਸਾਡੇ ਪੁਰਾਣਾ ਸਿਸਟਮ ਇਹੀ ਚੱਲਦਾ ਸੀ, ਵੱਖ-ਵੱਖ ਬੋਰਡ ਦੇ ਵਿੱਚ, ਡਿਪਾਰਟਮੈਂਟਸ ਦੇ ਵਿੱਚ ਵੀ ਇਹੀ ਚੱਲਦਾ ਸੀ ਕਿ ਜੇ ਵਰਕਲੋਡ ਹੈਗਾ ਤੇ ਤੁਹਾਡੇ ਕੋਲ ਐਗਜ਼ਿਸਟਿੰਗ ਸਟਾਫ ਘੱਟ ਹੈ ਤੇ ਤੁਸੀਂ ਐਡਹੌਕ ਅਪੁਆਇੰਟਮੈਂਟ ਕਰ ਸਕਦੇ ਹੋ। ਆਰਜ਼ੀ ਨਿਯੁਕਤੀਆਂ ਜਿਸ ਨੂੰ ਆਪਾਂ ਕਹਿੰਦੇ ਹਾਂ। ਆਰਜ਼ੀ ਨਿਯੁਕਤੀਆਂ ਕਰਨ ਦਾ ਤਰੀਕਾ ਜਿਹੜਾ ਹੁੰਦਾ ਨਾ ਜੀ, ਉਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਖਬਾਰ ਵਿੱਚ ਐਡ ਦਿਓ ਔਰ ਉਹਦੇ ਲਈ ਕੋਈ ਟੈਸਟ ਰੱਖੋ ਜਾਂ ਕੁਆਲੀਫਿਕੇਸ਼ਨ ਨਿਰਧਾਰਿਤ ਕਰੋ ਔਰ ਉਹਦੇ ਲਈ ਕੋਈ ਸਿਲੈਕਸ਼ਨ ਕਮੇਟੀ ਬਣਾਓ। ਯਾਨੀ ਕਿ ਸਿਲੈਕਸ਼ਨ ਪ੍ਰੋਸੀਜਰ ਹੁੰਦਾ ਜਿਹੜਾ, ਉਹ ਕੋਈ ਫਾਲੋ ਨਹੀਂ ਕੀਤਾ ਜਾਂਦਾ। ਤੇ ਸਮਾਂ ਪਾ ਕੇ ਇਹ ਲੰਬੇ ਸਮੇਂ ਤੋਂ ਇਹ ਜਿਹੜੇ ਇੰਪਲੋਈਜ਼ ਹੁੰਦੇ ਹੈ ਐਡਹੌਕ ਰੱਖੇ ਹੋਏ, ਜਿਹੜੇ 6 ਮਹੀਨੇ ਤੇ ਚੱਲਦੇ ਰਹਿੰਦੇ ਹੈ, ਤੇ ਉਹਨਾਂ ਨੂੰ ਹੁਣ 8 ਸਾਲ 10 ਸਾਲ ਉਹ ਕੰਟੀਨਿਊ ਕਰਦੇ ਆ। ਫਿਰ ਉਹ ਜੇ ਕੁਦਰਤੀ ਹੈ ਕਿ ਉਹਨਾਂ ਦਾ ਪ੍ਰੈਸ਼ਰ ਬਣ ਜਾਂਦਾ ਹੁੰਦਾ ਸਿਆਸੀ ਕਿ ਅਸੀਂ ਇੰਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ, ਸਾਡੇ ਕੋਲ ਤਜਰਬਾ ਵੀ ਹੈਗਾ ਤੇ ਵਿਭਾਗਾਂ ਦੇ ਵਿੱਚ ਸਟਾਫ ਦੀ ਲੋੜ ਹੈ, ਤੇ ਸਾਨੂੰ ਤੁਸੀਂ ਰੈਗੂਲਰ ਕਰੋ। ਸੋ ਇਹ ਜਿਹੜਾ ਹੈ ਨਾ ਐਕਸਰਸਾਈਜ਼ ਅਸੀਂ ਬੋਰਡ ਦੇ ਵਿੱਚ ਵੀ ਕੀਤੀ ਸੀ, ਪਰ ਉਹ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਉਹ ਰੱਦ ਹੋ ਗਈ ਸੀ, ਕਿਉਂਕਿ ਸੁਪਰੀਮ ਕੋਰਟ ਦੇ ਨਿਰਦੇਸ਼ ਹਨ ਕਿ ਜਿਹੜੀਆਂ ਤੁਸੀਂ ਨਿਯੁਕਤੀਆਂ ਕਰਨੀਆਂ ਹੈ ਉਹ ਇਕੁਇਟੀ ਦੇ ਆਧਾਰ ਤੇ, ਬਰਾਬਰਤਾ ਦੇ ਆਧਾਰ ਤੇ ਹੋਣੀ ਚਾਹੀਦੀਆਂ, ਕਿਸੇ ਨੂੰ ਫੇਵਰ ਨਹੀਂ ਕਰਨਾ ਚਾਹੀਦਾ। ਕਿਉਂਕਿ ਆਮ ਤੌਰ ਤੇ ਜਿਹੜੀਆਂ ਐਡਹੌਕ ਨਿਯੁਕਤੀਆਂ ਹੁੰਦੀਆਂ ਸੁਖਵਿੰਦਰ ਜੀ, ਉਹਨਾਂ ਨੂੰ ਆਪਾਂ ਬੈਕਡੋਰ ਐਂਟਰੀਜ਼ ਕਹਿ ਦਿੰਦੇ ਹਾਂ। ਯਾਨੀ ਕਿ ਸਿਫਾਰਿਸ਼ ਦੇ ਆਧਾਰ ਤੇ ਬੰਦੇ ਲੱਗ ਜਾਂਦੇ ਹੈ ਤੇ ਅਸੀਂ ਉਹਨਾਂ ਦੇ ਵਿੱਚ ਐਡਵਰਟਾਈਜ਼ ਕਰਕੇ ਕੰਪੀਟੀਸ਼ਨ ਰਾਹੀਂ ਬੈਸਟ ਕੈਂਡੀਡੇਟ ਨਹੀਂ ਚੁਣਦੇ। ਅਸੀਂ ਉਹਦੇ ਵਿੱਚ ਡਿਸਕ੍ਰਿਸ਼ਨਰੀ ਪਾਵਰ ਹੁੰਦੀ ਆ ਅਪੁਆਇੰਟਿੰਗ ਅਥਾਰਟੀ ਦੀ, ਉਹਦੀ ਵਰਤੋਂ ਕਰਕੇ ਅਸੀਂ ਕੁਝ ਸਮੇਂ ਲਈ ਆਰਜ਼ੀ ਲਾ ਲੈਂਦੇ ਹੁੰਦੇ ਹਾਂ। ਉਹ ਹੁਣ ਫਿਰ ਪੋਲੀਟੀਕਲ ਪ੍ਰੈਸ਼ਰ ਬਣਦਾ, ਯੂਨੀਅਨਿਜ਼ਮ ਆ ਜਾਂਦੀ ਹੈ, ਉਹਨਾਂ ਨੂੰ ਤੁਸੀਂ ਫਿਰ ਕੱਢ ਨਹੀਂ ਸਕਦੇ। ਇਹੀ ਹਾਲ ਤੁਸੀਂ ਦੇਖਿਆ ਹੋਣਾ ਕਿ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ
ਬੋਪਾ ਰਾਏ ਵੇਲੇ ਯਾਨੀ ਕਿ ਇੰਨੇ ਐਡ ਹੌਕ ਬੰਦੇ ਲੱਗੇ ਹੈ ਇੱਥੇ ਕਲੈਰੀਕਲ ਸਟਾਫ ਔਰ ਦੂਸਰਿਆਂ ਦੇ ਵਿੱਚ, ਔਰ ਫਿਰ ਜਾ ਕੇ ਇਹ ਰੈਗੂਲਰਾਈਜ਼ ਹੋਏ ਹੈ ਜਦੋਂ ਸਾਬਕਾ ਵਾਈਸ ਚਾਂਸਲਰ ਜਸਪਾਲ ਸਿੰਘ ਹੋਣੀ ਸੀਗੇ। ਤੇ ਉਹਦੇ ਨਾਲ ਵਿੱਤੀ ਬੋਝ ਵੀ ਬੜਾ ਹੋਇਆ। ਆਪਾਂ ਨੂੰ ਪਤਾ ਹੈ ਕਿ ਕ੍ਰਿਟਿਸਿਜ਼ਮ ਅੱਜ ਤੱਕ ਵੀ ਚੱਲ ਰਿਹਾ ਹੋਇਆ। ਮੈਂ ਇਹ ਇਲਸਟ੍ਰੇਟ ਇਸ ਕਰਕੇ ਕਰ ਰਿਹਾ ਸੀਗਾ ਕਿ ਮੇਰਾ ਨਿੱਜੀ ਤਜਰਬਾ ਵੀ ਹੈਗਾ ਬੋਰਡ ਦਾ, ਤੇ ਔਰ ਯੂਨੀਵਰਸਿਟੀ ਦੇ ਵਿੱਚ ਵੀ ਇਹੀ ਹੈ ਕਿ ਜਿਹੜੀਆਂ ਨਿਯੁਕਤੀਆਂ ਐਡ ਹੌਕ ਕੀਤੀਆਂ ਜਾਂਦੀਆਂ, ਉਹ ਸਮੱਸਿਆ ਇਹ ਹੈ ਕਿ ਜਦੋਂ ਉਹਨਾਂ ਨੂੰ ਰੈਗੂਲਰਾਈਜ਼ ਕਰਨਾ ਹੁੰਦਾ ਹੈ ਤੇ ਪੋਲੀਟੀਕਲ ਪ੍ਰੈਸ਼ਰ ਰਾਹੀਂ, ਯੂਨੀਅਨ ਦੇ ਪ੍ਰੈਸ਼ਰ ਰਾਹੀਂ ਜਿਹੜੀਆਂ ਸਥਾਨਕ ਪ੍ਰਬੰਧਕੀ ਕਮੇਟੀਆਂ ਹੁੰਦੀਆਂ ਉਹ ਤੇ ਫੈਸਲਾ ਕਰ ਲੈਂਦੀਆਂ ਕਿ ਚਲੋ ਠੀਕ ਹੈ ਜੀ, ਇਹਨਾਂ ਨੂੰ ਤੁਸੀਂ ਰੈਗੂਲਰਾਈਜ਼ ਕਰ ਦਿਓ। ਪਰ ਜਦੋਂ ਇਹ ਮਸਲੇ ਕੋਰਟ ਵਿੱਚ ਜਾਂਦੇ ਹੈ ਉੱਥੇ ਇਹ ਟਿਕਦੇ ਨਹੀਂ, ਕੋਰਟ ਦੇ ਵਿੱਚ ਰੱਦ ਹੋ ਜਾਂਦੇ ਆ। ਸੋ ਇਹ ਜਿਹੜਾ ਯਤਨ ਕੀਤਾ ਗਿਆ ਹੋਇਆ ਮਾਨ ਸਰਕਾਰ ਵੱਲੋਂ, ਇਹ ਵਾਇਆ ਮੀਡੀਆ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਆਪਾਂ ਉਹ ਤਰੀਕਾਕਾਰ ਅਡਾਪਟ ਕਰੀਏ ਜਿਹਦੇ ਨਾਲ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਜਿਹੜੀਆਂ ਆਪਾਂ ਕੀਤੀਆਂ, ਜਿਹਨਾਂ ਨੂੰ ਰੈਗੂਲਰਾਈਜ਼ ਕਰਨ ਜਾ ਰਹੇ ਹਾਂ, ਇਹ ਵੱਖਰਾ ਕਾਡਰ ਬਣਾਤਾ ਉਹਨਾਂ ਨੇ। ਯਾਨੀ ਕਿ ਰੈਗੂਲਰ ਨਿਯੁਕਤੀਆਂ ਦੀ ਜਿਹੜੀ ਲਾਈਨ ਹੈ, ਪ੍ਰਮੋਸ਼ਨ ਹੋਣੀ ਹੈ, ਗ੍ਰੇਡ ਹੋਣਾ ਹੈ, ਸੀਨੀਅਰਿਟੀ ਹੋਣੀ ਹੈ, ਉਹ ਇਹਦੇ ਨਾਲ ਅਫੈਕਟ ਨਹੀਂ ਹੋਣੀ। ਇਹ ਕਾਡਰ ਹੀ ਅਲੱਗ ਹੋ ਜਾਣਾ। ਜਦੋਂ ਕਾਡਰ ਅਲੱਗ ਹੋ ਜਾਣਾ ਹੈਗਾ ਤੇ ਇਹਨਾਂ ਦੇ ਤਨਖਾਹ ਵੱਖਰੀ ਹੋਣੀ ਹੈ, ਇਹਨਾਂ ਦੇ ਪ੍ਰਮੋਸ਼ਨ ਵੱਖਰੀ ਹੋਣੀ ਹੈ, ਇਹਨਾਂ ਦੀਆਂ ਇੰਕਰੀਮੈਂਟਸ ਵੱਖਰੀਆਂ ਹੋਣੀਆਂ, ਇਹਨਾਂ ਦੀਆਂ ਸੇਵਾ ਸ਼ਰਤਾਂ ਅਲੱਗ ਹੋਣੀਆਂ ਰੈਗੂਲਰ ਐਮਪਲੋਈਜ਼ ਨਾਲੋਂ। ਸੋ ਇਸ ਕਰਕੇ ਇਹ ਵਾਇਆ ਮੀਡੀਆ ਹੈਗਾ ਤਾਂ ਜੋ ਕੋਰਟਸ ਦੇ ਵਿੱਚ ਜੇ ਕੋਈ ਚੈਲੰਜ ਵੀ ਕਰੇ ਤਾਂ ਇਹ ਸਟੈਂਡ ਕਰ ਜਾਣ, ਇਹ ਰੱਦ ਨਾ ਹੋਣ ਜੀ। ਪਰ ਡਾਕਟਰ ਸਾਹਿਬ ਇੱਥੇ ਇਹ ਆ ਕਿ ਜਿਹੜੇ ਕੱਚੇ ਮੁਲਾਜ਼ਮ ਸੀਗੇ, ਅਧਿਆਪਕ ਸੀਗੇ, ਉਹ ਸਰਕਾਰ ਦੀ ਇਸ ਨੀਤੀ ਤੋਂ ਜਿਹੜਾ ਉਹ ਬਹੁਤ ਖੁਸ਼ ਨਹੀਂ ਹੈਗੇ। ਉਹ ਕਹਿੰਦੇ ਕਿ ਸਾਨੂੰ ਰੈਗੂਲਰ ਤਾਂ ਕੀਤਾ ਆ ਪਰ ਉਸ ਤਰੀਕੇ ਦੇ ਨਾਲ ਨਹੀਂ ਕੀਤਾ ਜਿਸ ਤਰੀਕੇ ਦੇ ਨਾਲ ਪਿਛਲੇ ਮੁਲਾਜ਼ਮ ਜਿਹੜੇ ਪੱਕੇ ਨੇ ਉਹਨਾਂ ਦੇ ਵਾਂਗੂ। ਮੈਂ ਇੱਥੇ ਸਰਕਾਰ ਦਾ ਉਹ ਦੱਸ ਦਿੰਦਾ, ਇਹ ਜਿਹੜੇ ਅਧਿਆਪਕ ਸਿੱਖਿਆ ਵਿਭਾਗ 'ਚ ਠੇਕੇ ਤੇ ਰੱਖੇ ਸੀ 2005-6 ਤੋਂ ਕੰਮ ਕਰ ਰਹੇ ਨੇ, ਤੇ ਜਿਹਦੀ ਤਨਖਾਹ 20,000 ਸੀਗੀ, ਮਾਫ ਕਰਨਾ, ਜਿਹਦੀ ਤਨਖਾਹ 9,500 ਸੀ ਉਹਦੀ 20,500 ਕਰਤੀ, ਤੇ ਜਿਹਦੀ 10.5 ਸੀਗੀ ਉਹਦੀ 22,000 ਕਰਤੀ। ਮਤਲਬ ਤਨਖਾਹਾਂ ਦੇ ਸਕੇਲ ਦੇ ਵਿੱਚ ਤਾਂ ਕਾਫੀ ਵਾਧਾ ਆ। ਸਾਲਾਨਾ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਲਾਨਾ ਜਿਹੜਾ ਅਸੀਂ ਇਹਦੇ ਵਿੱਚ ਵਾਧਾ ਕਰਿਆ ਕਰਾਂਗੇ, ਉਹ ਮੇਰੇ ਹਿਸਾਬ ਦੇ ਨਾਲ 5%। ਹਾਂ, ਸਰਕਾਰ ਨੇ ਕਿਹਾ ਕਿ 5% ਅਸੀਂ ਵਧਾਵਾਂਗੇ, ਪਰ ਇਹਦੇ ਤੇ ਅਸੰਤੁਸ਼ਟੀ ਜ਼ਾਹਰ ਕਰਨਾ, ਕੀ ਸਰਕਾਰ ਇਹਦੇ ਵਿੱਚ ਹੋਰ ਕੁਝ ਕਰ ਸਕਦੀ ਹੈ ਇਸ ਮਸਲੇ ਦੇ ਵਿੱਚ ਤਾਂ ਕਿ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਸੰਤੁਸ਼ਟ ਕੀਤਾ ਜਾ ਸਕੇ? ਸੁਖਵਿੰਦਰ ਜੀ, ਇਸ ਤਰ੍ਹਾਂ ਹੈ, ਦੇਖੋ ਜਿਹੜੇ ਐਮਪਲੋਈਜ਼ ਹੈ ਉਹ ਕੁਦਰਤੀ ਤੌਰ ਤੇ ਉਹ ਉਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਠੱਗੇ ਗਏ, ਕਿਉਂਕਿ ਵੀ ਇੰਨਾ ਚਿਰ ਅਸੀਂ ਕੰਮ ਕਰਦੇ ਨੇ, ਸਾਡੀਆਂ ਕੁਆਲੀਫਿਕੇਸ਼ਨਸ ਪੂਰੀਆਂ ਹੈਗੀਆਂ, ਤੇ ਜਦੋਂ ਕੁਆਲੀਫਿਕੇਸ਼ਨਸ ਪੂਰੀਆਂ, ਸਾਡਾ ਐਕਸਪੀਰੀਅੰਸ ਵੀ ਹੈਗਾ ਤੇ ਸਾਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਗਿਆ ਹੋਇਆ ਰਾਦਰ ਤੀਸਰੇ ਦਰਜੇ ਦੇ। ਯਾਨੀ ਕਿ ਉਹਨਾਂ ਨੂੰ ਬਾਕੀ ਉਹ ਸਹੂਲਤਾਂ ਜਿਵੇਂ ਪੈਨਸ਼ਨ ਮਿਲਣੀਆਂ ਜਾਂ ਹੋਰ ਹੈ ਉਹ ਨਹੀਂ ਮਿਲਣੀਆਂ। ਇਹਨਾਂ ਜ਼ਰੂਰ ਹੈ ਕਿ ਮੈਟਰਨਿਟੀ ਲੀਵ ਮਿਲਣੀ ਆ, ਜਿਹੜੀਆਂ ਟੀਚਰਸ ਹੈਗੀਆਂ, ਵੂਮਨ ਟੀਚਰਸ, ਉਹਨਾਂ ਨੂੰ ਮਿਲ ਜਾਣੀਆਂ ਆ, ਔਰ ਬਾਕੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ 5% ਉਹ ਸਾਲਾਨਾ ਤਰੱਕੀ ਵੀ ਉਹਨਾਂ ਨੂੰ ਮਿਲ ਜਾਣੀ ਹੈ। ਪਰ ਮੁੱਢਲੀ ਤਨਖਾਹ ਜਿਹੜੀ ਆ ਨਾ ਸੁਖਵਿੰਦਰ ਜੀ, ਉਹ ਬੜਾ ਫਰਕ ਹੈ ਅਧਿਆਪਕਾਂ ਦਾ। ਜਿਹੜੀ ਆਪਾਂ ਨੂੰ ਰੈਗੂਲਰ ਅਧਿਆਪਕ ਲੱਗਦੇ ਹੈ ਔਰ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਹੈ, ਉਹ ਨਹੀਂ ਮਿਲਣੀ। ਇਹ 'ਚ ਕੋਈ ਸ਼ੱਕ ਨਹੀਂ ਕਿ ਇਹ ਦੂਸਰੇ ਦਰਜੇ ਦੇ ਅਧਿਆਪਕ ਮੰਨੇ ਜਾਣਗੇ। ਹਾਲਾਂਕਿ ਕਾਰਜ ਉਹਨਾਂ ਨੇ ਉਹੀ ਕਰਨਾ ਹੈ, ਕਾਰਜ ਕਰਦੇ ਹਨ ਅਧਿਆਪਕ, ਕੰਮ ਉਹਨਾਂ ਤੋਂ ਉਹੀ ਲਿਆ ਜਾਣਾ ਹੈ। ਜਦੋਂ ਕੰਮ ਪੂਰਾ ਲਿਆ ਜਾਣਾ ਤੇ ਫਿਰ ਤਨਖਾਹ ਉਹਨਾਂ ਨੂੰ ਘੱਟ ਦਿੱਤੀ ਜਾਏ, ਤੇ ਉਹ ਆਮ ਤੌਰ ਤੇ ਆਪਾਂ ਕਹਿੰਦੇ ਕਿ ਨੈਚੁਰਲ ਜਸਟਿਸ ਨਹੀਂ ਹੈ, ਜਿਸ ਨੂੰ ਆਪਾਂ ਕਹਿੰਦੇ ਕਿ ਨਹੀਂ ਇਕੁਅਲ ਪੇ ਫਾਰ ਇਕੁਅਲ ਵਰਕ ਦੀ ਆਮ ਤੌਰ ਤੇ ਗੱਲ ਕਰਦੇ। ਪਰ ਸਮੱਸਿਆ ਇੱਥੇ ਇਹ ਹੈ ਸੁਖਵਿੰਦਰ ਜੀ, ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਕੁਝ ਤਕਨੀਕੀ ਸਮੱਸਿਆਵਾਂ ਜਾਂ ਉਲਝਣਾਂ ਆਉਂਦੀਆਂ, ਯਾਨੀ ਕਿ ਕਾਨੂੰਨੀ ਤੌਰ ਤੇ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਹੈ ਉਹ ਰਾਹ ਦੇ ਵਿੱਚ ਰੁਕਾਵਟ ਬਣ ਜਾਂਦੇ ਹੈ, ਤੇ ਉਹਨਾਂ ਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਇਦ ਇਹ ਸਰਕਾਰ ਨੇ ਸੋਚਿਆ ਵੀ ਇਹ ਵਾਇਆ ਮੀਡੀਆ ਅਸੀਂ ਲੱਭ ਸਕਦੇ।
ਜੀ ਵੱਧ ਤੋਂ ਵੱਧ ਜਿਹੜੀ ਗੱਲ ਸੁਖਵਿੰਦਰ ਜੀ ਮੈਂ ਸਮਝਦਾ ਜੇ ਸਰਕਾਰਾਂ ਤੋਂ ਐਮਪਲੋਈਜ਼ ਜਿਹੜੇ ਟੀਚਰਸ ਹਨ ਉਹ ਐਕਸਪੈਕਟ ਕਰ ਸਕਦੇ ਹੈ ਕਿ ਜੋ ਇਹਨਾਂ ਦੀ ਤਨਖਾਹ ਵਧਾਈ ਗਈ ਹੈ ਉਹ ਜੇ ਰੈਗੂਲਰ ਅਧਿਆਪਕਾਂ ਦੇ ਬਰਾਬਰ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਕੁਝ ਘੱਟ ਕਰਕੇ ਤੇ ਹੋਰ ਕੀਤੀ ਜਾਏ, ਯਾਨੀ ਕਿ ਉਹ ਨਾ ਲੱਗੇ ਵੀ ਬਹੁਤ ਵੱਡਾ ਫਰਕ ਇਸ ਵੇਲੇ ਬਹੁਤ ਵੱਡਾ ਫਰਕ ਨਜ਼ਰ ਆਉਂਦਾ ਸੁਖਵਿੰਦਰ ਜੀ, ਕਿਉਂਕਿ ਤੁਸੀਂ ਦੇਖੋ ਕਿ ਰੈਗੂਲਰ ਜਿਹੜੇ ਅਧਿਆਪਕ ਆਉਂਦੇ ਹੈ ਉਹ 50-60 ਹਜ਼ਾਰ ਤੇ ਕਈ ਤੇ ਇਦੋਂ ਜ਼ਿਆਦਾ ਵੀ ਤਨਖਾਹ ਉਹਨਾਂ ਦੀ ਬਣ ਜਾਂਦੀ ਹੈ ਤੇ ਇਹਨਾਂ ਨੂੰ ਤੁਸੀਂ ਕਿਸੇ ਨੂੰ 20 ਦਿਓਗੇ ਕਿਸੇ ਨੂੰ 30 ਦਿਓਗੇ ਤੇ ਉਹ ਲੱਗਦਾ ਇਹ ਹੈ ਕਿ ਇਹਨਾਂ ਨਾਲ ਧੱਕਾ ਹੋ ਗਿਆ। ਪਰ ਉਹ ਹੁਣ ਇਹ ਮਸਲਾ ਤੇ ਇਹੀ ਹੈ ਕਿ ਇਹ ਸਰਕਾਰ ਦੇਖ ਸਕਦੀ ਹੈ ਕਿ ਕੀ ਅਸੀਂ ਇਹਨਾਂ ਨੂੰ ਵਧੇਰੇ ਤਨਖਾਹ ਦੇ ਸਕਦੇ ਕਿ ਨਹੀਂ। ਇਹ ਮਸਲਾ ਸਰਕਾਰ ਦੀ ਆਪਣੀ ਡਿਸਕ੍ਰਿਸ਼ਨ ਤੇ ਹੈ, ਪਰ ਇਹ ਵਾਇਆ ਮੀਡੀਆ ਜ਼ਰੂਰ ਇੱਕ ਸੋਚਿਆ ਗਿਆ ਜਿਹਦੇ ਨਾਲ ਇਹ ਨਿਯੁਕਤੀਆਂ ਜਿਹੜੀਆਂ ਉਹ ਅਦਾਲਤਾਂ ਦੇ ਵਿੱਚ ਇਹਨਾਂ ਤੇ ਰੋਕ ਹੁਣ ਨਹੀਂ ਲੱਗ ਸਕੇਗੀ ਕਿਉਂਕਿ ਇਹ ਵੱਖਰਾ ਕਾਡਰ ਹੈ। ਇਹ ਲੋਕਾਂ ਨਾਲ ਜਿਹੜੇ ਆਲਰੇਡੀ ਬੰਦੇ ਹੈਗੇ ਉਹਨਾਂ ਨਾਲ ਕਿਸੇ ਕਿਸਮ ਦਾ ਅਨਿਆਂ ਨਹੀਂ ਹੋਏਗਾ। ਜੀ ਸੁਖਵਿੰਦਰ। ਬਿਲਕੁਲ ਬਿਲਕੁਲ। ਭਾਵੇਂ ਮੁਲਾਜ਼ਮ ਜਿਹੜੇ ਨੇ ਰੈਗੂਲਰ ਜਿਨ੍ਹਾਂ ਨੂੰ ਕੀਤਾ ਆ ਅਧਿਆਪਕਾਂ ਨੂੰ ਉਹ ਕਹਿੰਦੇ ਨੇ ਕਿ ਅਸੀਂ ਠੱਗੇ ਜੋ ਮਹਿਸੂਸ ਕਰਦੇ ਨੇ। ਸਰਕਾਰ ਨੇ ਕਿਹਾ ਪੇ ਸਕੇਲ ਤੇ ਗ੍ਰੇਡ ਪੇ ਸਕੇਲ ਦਾ ਵੀ ਲਾਭ ਨਹੀਂ ਮਿਲੇਗਾ। ਹਾਂ ਇਹ ਜ਼ਰੂਰ ਹੈ ਕਿ ਮੈਟਰਨਿਟੀ ਜਿਹੜੀ ਲੀਵ ਆ ਉਹ ਜ਼ਰੂਰ ਮਿਲਿਆ ਕਰੂਗੀ, ਉਹਦੇ ਨਾਲ ਕੁਝ ਰਾਹਤ ਹੈ। ਪਰ ਇੱਥੇ ਇਹ ਵੀ ਹੈ ਡਾਕਟਰ ਸਾਹਿਬ ਕਿ ਸਰਕਾਰ ਦੀ ਇੱਕ ਪਾਸੇ ਵਾਹਵਾ ਵੀ ਇਸ ਗੱਲ ਦੀ ਹੋ ਰਹੀ ਆ ਕਿ ਘੱਟੋ ਘੱਟ ਪਿਛਲਿਆਂ ਨੇ ਤਾਂ ਇਹਨਾਂ ਨੂੰ ਹੁਣ ਤੱਕ ਲਮਕਾਈ ਰੱਖਿਆ ਤੇ ਇਹ ਹੁਣ ਸਰਕਾਰਾਂ ਦੇ ਅੱਗੇ ਜੇ ਆਇਆ ਤੇ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਜੋ ਹੋ ਸਕਿਆ ਤਾਂ ਕਿ ਉਹਨਾਂ ਨੂੰ ਕਾਨੂੰਨੀ ਤੌਰ ਤੇ ਚੈਲੰਜ ਨਾ ਹੋ ਸਕੇ, ਇਸ ਕਰਕੇ ਇਸ ਪਾਸੇ ਵੱਲ ਨੂੰ ਉਹਨਾਂ ਨੇ ਕਦਮ ਪੁੱਟਿਆ। ਇੱਕ ਬੜੀ ਖਾਸ ਗੱਲ ਇਹ ਰਹੀ ਕਿ ਅੱਜ ਤਾਂ ਚਲੋ ਕੈਬਨਿਟ ਦੇ ਵਿੱਚ ਜੋ ਫੈਸਲੇ ਹੋਏ, ਮੈਂ ਨਾਲ ਇਹ ਜੋੜਨਾ ਚਾਹੁੰਦਾ ਕਿ ਕੱਲ ਮੁੱਖ ਮੰਤਰੀ ਸਾਹਿਬ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਸੀਗਾ ਕਿ ਪੰਜਾਬ 'ਚ ਤੁਹਾਡੇ ਲਈ ਰੁਜ਼ਗਾਰ ਪੈਦਾ ਕਰ ਰਹੇ ਆ। ਉਹ ਕਹਿੰਦੇ ਕਿ 2,77,000 ਪ੍ਰਾਈਵੇਟ ਨੌਕਰੀਆਂ ਦਿੱਤੀਆਂ ਜਾਣਗੀਆਂ। ਹੁਣ ਉਹਦੇ ਤੇ ਵੀ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਕਿ ਤੁਸੀਂ ਬ੍ਰੇਨ ਡਰੇਨ ਰੋਕਣਾ ਆ, 2,77,000 ਪ੍ਰਾਈਵੇਟ ਨੌਕਰੀਆਂ ਦੇਣੀਆਂ ਆ ਤੇ ਉਹ ਕਿਸ ਲੈਵਲ ਦੀਆਂ ਹੋਣਗੀਆਂ ਕਿ ਉਹ ਜਿਵੇਂ ਜਿਹਦੇ ਨਾਲ ਮਤਲਬ ਕਿ ਸੰਤੁਸ਼ਟ ਹੋਣ ਜਿਨ੍ਹਾਂ ਨੇ ਨੌਕਰੀਆਂ ਤੇ ਲੱਗਣਾ ਵੀ ਹੈ। ਜੇ ਉਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ, ਜਿਵੇਂ ਮਨਪ੍ਰੀਤ ਸਿੰਘ ਬਾਦਲ ਹੋਰੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪੈਰ ਰੱਖਣ ਨੂੰ ਥਾਂ ਮਿਲ ਜੇ, ਇੱਕ ਵਾਰੀ ਸਟਾਰਟਅਪ ਕਰੋ। ਸਟਾਰਟਅਪ ਕੀ ਹੈ ਕਿ ਜਿਹਨੇ ਬੀਟੈਕ ਕੀਤੀ ਆ ਉਹਨੂੰ 5-10 ਹਜ਼ਾਰ ਤੇ ਰੱਖ ਲੈਂਦੇ ਨੇ, ਅਗਲਾ ਕਹਿੰਦਾ ਮੇਰੇ ਤਾਂ ਲੱਖਾਂ ਰੁਪਏ ਲੱਗ ਗਏ, ਹੈ ਨਾ ਜੀ। ਉਹ ਉਸੇ ਸੋਚ ਦੇ ਤਹਿਤ ਫਿਰ ਕਹਿੰਦਾ ਕਿ ਕੋਈ ਗੱਲ ਨਹੀਂ, ਜਿੱਥੇ ਲੱਖਾਂ ਲੱਗ ਗਏ ਉੱਥੇ 15-20-25 ਹੋਰ ਲਾ ਲੂ ਕਿ ਜਿੰਨਾ ਵੀ ਜਿਸ ਢੰਗ ਨਾਲ ਵੀ ਲੱਗਦਾ ਅਸੀਂ ਕਿਉਂ ਨਾ ਬਾਹਰਲੇ ਮੁਲਕਾਂ 'ਚ ਚਲੇ ਜਾਈਏ। ਪ੍ਰਾਈਵੇਟ ਨੌਕਰੀਆਂ ਵਾਲੇ ਜਿਵੇਂ ਸ਼ੋਸ਼ਣ ਕਰਦੇ ਨੇ ਜਾਂ ਜਿਵੇਂ ਹੁੰਦਾ ਉਸ ਲਾਈਨ 'ਚ, ਤਾਂ ਉਹ ਵੀ ਬਹੁਤ ਸਾਰੇ ਸਵਾਲ ਖੜੇ ਕਰਦਾ ਕਿ ਰੁਜ਼ਗਾਰ ਨੂੰ ਲੈ ਕੇ ਸਰਕਾਰ ਦੀ ਨੀਤੀ ਸਪਸ਼ਟ ਕਿਸ ਢੰਗ ਨਾਲ ਹੋਣੀ ਚਾਹੀਦੀ ਆ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸੁਖਵਿੰਦਰ ਜੀ। ਜਿਹੜੀ ਇਹ ਬਿਆਨਬਾਜ਼ੀ ਹੈ ਨਾ ਇਹਨਾਂ ਦੀ ਮਾਨ ਸਾਹਿਬ ਦੀ ਕਿ ਅਸੀਂ ਇੰਨੇ ਲੱਖ ਜਿਹੜੀਆਂ ਨੌਕਰੀਆਂ ਨੇ ਉਹ ਲੋਕਾਂ ਨੂੰ ਬੱਚਿਆਂ ਨੂੰ ਮਿਲ ਜਾਣ, ਉਹਨਾਂ ਦਾ ਪ੍ਰਬੰਧ ਕਰ ਰਹੇ ਹੈ, ਇਹ ਸਿਆਸੀ ਬਿਆਨ ਤੋਂ ਵੱਧ ਹੋਰ ਕੁਝ ਨਹੀਂ ਹੈ। ਕਿਉਂਕਿ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਉਹ ਜਿਹਨੂੰ ਕਹੀਏ ਕਿ ਪੂਰਾ ਪ੍ਰਬੰਧ ਨਜ਼ਰ ਨਹੀਂ ਆਉਂਦਾ ਕਿ ਉਹ ਸੈਕਟਰ ਜਿਨ੍ਹਾਂ ਦੇ ਵਿੱਚ ਐਮਪਲੋਇਮੈਂਟ ਜਨਰੇਟ ਹੋਣੀ ਹੈ ਉਹ ਦੋ ਹੀ ਸੈਕਟਰ ਹੈ ਜੀ। ਕਿਤੇ ਆਪਾਂ ਕਹੀਏ ਕਿ ਮੈਨੂਫੈਕਚਰਿੰਗ ਹੈ ਔਰ ਦੂਸਰਾ ਹੈਗਾ ਸਰਵਿਸ ਸੈਕਟਰ। ਕਿਉਂਕਿ ਐਗਰੀਕਲਚਰ ਵਿੱਚ ਤੇ ਆਲਰੇਡੀ ਸਾਡੇ ਕੋਲ ਜਿਹੜਾ ਹੈ ਭਾਵੇਂ 30% ਦੇ ਕਰੀਬ ਉਹ ਇਕੋਨਮੀ ਨੂੰ ਕੰਟਰੀਬਿਊਟ ਕਰਦਾ ਹੈ ਤੇ 60% ਦੇ ਕਰੀਬ ਜਿਹੜੀ ਪਾਪੂਲੇਸ਼ਨ ਉਹ ਅਜੇ ਵੀ ਉਹ ਐਗਰੀਕਲਚਰ ਤੇ ਨਿਰਭਰ ਹੈਗੀ ਹੈ। ਯਾਨੀ ਕਿ ਉਹਦੇ ਵਿੱਚ ਸਕੋਪ ਹੈ ਨਹੀਂ ਗਾ ਜਿਸਨੂੰ ਆਪਾਂ ਪ੍ਰਾਇਮਰੀ ਸੈਕਟਰ ਕਹਿੰਦੇ। ਹੁਣ ਜਿਹੜਾ ਸੈਕੰਡਰੀ ਤੇ ਟਰਸ਼ਰੀ ਸੈਕਟਰ ਹੈ ਨਾ ਜੀ, ਉਹਦੇ ਵਿੱਚ ਤੇ ਤਾਂ ਹੀ ਹੈ ਕਿ ਜੇ ਇੱਥੇ ਇੰਡਸਟਰੀ ਹੋਰ ਲੱਗੇ ਜਾਂ ਇੱਥੇ ਸਰਵਿਸ ਸੈਕਟਰ ਹੋਰ ਵਧੇਰੇ ਉੱਨਤ ਹੋਵੇ ਤਾਂ ਉਹਦੀ ਸੰਭਾਵਨਾ ਤੇ ਸੁਖਵਿੰਦਰ ਜੀ ਉਹ ਕਾਗਜ਼ਾਂ ਦੇ ਵਿੱਚ ਹੀ ਬਿਆਨਬਾਜ਼ੀ ਹੀ ਨਜ਼ਰ ਆਉਂਦੀ ਹੈ, ਗਰਾਊਂਡ ਰਿਐਲਿਟੀ ਨਹੀਂ। ਉਹ ਜਿਹੜਾ ਆਮ ਬਿਆਨ ਆਉਂਦੇ ਹੈ ਮੁੱਖ ਮੰਤਰੀ ਸਾਹਿਬ ਦੇ ਜਾਂ ਸਰਕਾਰ ਵੱਲੋਂ ਕਿ ਇੰਨੇ 1000 ਕਰੋੜ ਦਾ ਅਸੀਂ ਨਿਵੇਸ਼ ਕਰ ਲਿਆ ਹੋਇਆ ਹੈ, ਤੇ ਇਹ ਸਿਰਫ ਕਾਗਜ਼ੀ ਬਿਆਨ ਨਜ਼ਰ ਆਉਂਦੇ ਆ ਸੁਖਵਿੰਦਰ ਜੀ, ਧਰਾਤਲ ਤੇ ਇਹ ਨਜ਼ਰ ਨਹੀਂ ਆਉਂਦਾ। ਤੇ ਜਦੋਂ ਇਹੋ ਜਿਹੀ ਗੱਲ ਹੈ, ਦੂਸਰੀ ਗੱਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇਸ ਮੁਲਕ ਦੇ ਵਿੱਚ ਜਿਸਨੂੰ ਆਪਾਂ ਮਿਨੀਮਮ ਵੇਜਸ ਦੀ ਗੱਲ ਕਰਦੇ ਹਾਂ
ਉਹਦਾ ਕੋਈ ਪ੍ਰਾਵਧਾਨ ਨਹੀਂ ਹੈ। ਬਾਹਰਲੇ ਮੁਲਕਾਂ ਵਿੱਚ ਜਦੋਂ ਆਪਾਂ ਜਾਂਦੇ ਹਾਂ ਉੱਥੇ ਕੋਈ ਵੀ ਨੌਕਰੀ ਹੋਵੇ ਉੱਥੇ ਮਿਨੀਮਮ ਵੇਜ ਜਿਹੜੀ ਹੈ ਘੱਟੋ ਘੱਟ ਉਜਰਤ ਉਹ ਤੈਅ ਹੈ, ਉਦੋਂ ਘੱਟ ਤਨਖਾਹ ਨਹੀਂ ਮਿਲ ਸਕਦੀ ਜਾਂ ਦਿੱਤੀ ਨਹੀਂ ਜਾ ਸਕਦੀ ਕੋਈ ਵੀ ਅਦਾਰਾ। ਪਰ ਇੱਥੇ ਹਿੰਦੁਸਤਾਨ ਦੇ ਵਿੱਚ ਇਹ ਨਹੀਂ ਹੈ। ਇੱਥੇ ਉਹ ਜਿਸ ਨੂੰ ਆਪਾਂ ਕਹਿੰਦੇ ਕਿ ਕੰਟਰੈਕਚੁਅਲ ਜੀ ਹੈ ਕਿ ਜੋ ਕਿਸੇ ਨੂੰ ਪੁੱਗਦਾ ਉੱਥੇ ਭਾਈ ਜੇ ਤੁਸੀਂ ਨੌਕਰੀ ਇੰਨੀ ਤਨਖਾਹ ਤੇ ਕਰਨੀ ਤੇ ਕਰ ਲਓ। ਯਾਨੀ ਕਿ ਮਾਰਕੀਟ ਫੋਰਸਿਸ ਅਨਰੈਗੂਲੇਟਡ ਜਿਸ ਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਤੇ ਕਾਨੂੰਨ ਦਾ ਕੋਈ ਨਿਯੰਤਰਣ ਨਹੀਂ ਹੈ। ਜੇ ਇਹ ਹੋਏਗਾ ਤਾਂ ਇਹਦੇ ਵਿੱਚ ਆਪਾਂ ਕਿਸ ਤਰ੍ਹਾਂ ਰੁਜ਼ਗਾਰ ਦੇਵਾਂਗੇ ਬੱਚਿਆਂ ਨੂੰ, ਤੇ ਫਿਰ ਤੇ ਬਾਹਰ ਜਾਣ ਦਾ ਹੀ ਰੁਝਾਨ ਜਿਹੜਾ ਹੈ ਉਹ ਬਣਿਆ ਰਹੇਗਾ। ਇੱਥੇ ਸਿਰਫ ਤੇ ਸਿਰਫ ਇਹ ਰੁਜ਼ਗਾਰ ਪ੍ਰਦਾਨ ਕਰਨ ਦੇ ਜਿਹੜੇ ਹੈ ਉਹ ਬਿਆਨ ਆਉਂਦੇ ਰਹਿਣਗੇ, ਪਰ ਧਰਾਤਲ ਦੇ ਵਿੱਚ ਕੁਝ ਨਹੀਂ ਹੋਏਗਾ ਸੁਖਵਿੰਦਰ ਜੀ। ਇਹ ਸਿਰਫ ਸਿਆਸੀ ਬਿਆਨ ਹੀ ਹੈ ਜੀ। ਬਿਲਕੁਲ ਬਿਲਕੁਲ, ਸਰਕਾਰ ਦੇ ਕੋਲੇ ਬਹੁਤ ਮਾਹਰ ਵੱਡੇ ਵੱਡੇ ਬੈਠੇ ਨੇ ਤੇ ਸਰਕਾਰ ਤੋਂ ਬਾਹਰ ਵੀ ਬੈਠੇ ਨੇ ਜਿਨ੍ਹਾਂ ਤੋਂ ਸਲਾਹ ਲਈ ਜਾ ਸਕਦੀ ਹੈ। ਮੈਨੂੰ ਤਾਂ ਕਈ ਵਾਰੀ ਏਦਾਂ ਲੱਗਦਾ ਕਿ ਜਿਵੇਂ ਅੱਜ ਕਿਸਾਨ ਸੜਕਾਂ ਦੇ ਉੱਤੇ ਨੇ, ਅੱਜ ਉਹ ਆਪਣੀਆਂ ਹੱਕੀ ਮੰਗਾਂ ਦੀ ਗੱਲ ਕਰਦੇ ਨੇ, ਲਗਾਤਾਰ ਹੋਰ ਜਥੇਬੰਦੀਆਂ ਵੀ ਆਪਣੀਆਂ ਹੱਕੀ ਮੰਗਾਂ ਨੂੰ, ਜਿਵੇਂ ਦਲਿਤ ਸਰਟੀਫਿਕੇਟ ਜਾਲੀ ਬਣੇ ਉਹਨਾਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਲੱਗੀਆਂ। ਪਰ ਮੈਨੂੰ ਕਦੇ ਕਿਤੇ ਬੇਰੁਜ਼ਗਾਰਾਂ ਦਾ ਮੋਰਚਾ ਉਸ ਕਿਸਮ ਦਾ ਪੰਜਾਬ 'ਚ ਨਜ਼ਰ ਨਹੀਂ ਆਇਆ। ਜਿਵੇਂ ਦੇਖੋ ਕੈਨੇਡਾ ਦੇ ਵਿੱਚ ਡੈਪੂਟੇਸ਼ਨ ਦੀ ਜਦੋਂ ਸਵਾਲ ਉੱਠਿਆ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਪੰਜਾਬੀ ਨੌਜਵਾਨਾਂ ਨੂੰ, ਤਾਂ ਇੱਕ ਉਬਾਲ ਉੱਠਿਆ, ਉੱਥੇ ਵੀ ਉੱਠਿਆ ਤੇ ਇੱਧਰ ਪੰਜਾਬ ਦੇ ਵਿੱਚ ਵੀ ਮਜਬੂਰਨ ਸਰਕਾਰਾਂ ਨੂੰ ਇੱਥੇ ਬੋਲਣਾ ਪਿਆ, ਸਿਆਸੀ ਪਾਰਟੀਆਂ ਨੂੰ, ਕਿ ਇਹ ਤਾਂ ਸਰਾਸਰ ਧੱਕਾ ਆ ਸਾਡੇ ਨੌਜਵਾਨਾਂ ਨਾਲ। ਤੇ ਕੀ ਕਦੇ ਪੰਜਾਬ 'ਚ ਵੀ ਇਦਾਂ ਦਾ ਮੋਰਚਾ ਹੋਏਗਾ? ਇੱਕ ਤਵੱਕੋ ਕੀਤੀ ਜਾਂਦੀ ਹੈ ਕਿ ਬੇਰੁਜ਼ਗਾਰ ਜਿਹੜੇ ਨੇ, ਜਿਹੜੇ ਰੁਜ਼ਗਾਰ ਮਤਲਬ ਕਿ ਦੀ ਤਲਾਸ਼ ਦੇ ਵਿੱਚ ਮਾਨਸਿਕ ਪੀੜਾ ਝੱਲਦੇ ਨੇ, ਹੋਰ ਪਰਿਵਾਰਕ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ, ਸ਼ੋਸ਼ਣ ਝੱਲਣਾ ਪੈਂਦਾ, ਕਿ ਉਹਨਾਂ ਦੇ ਹੱਕ ਦੇ ਲਈ ਕਦੇ ਸਾਨੂੰ ਕੋਈ ਪੰਜਾਬ ਦੀ ਧਰਤੀ ਤੋਂ ਮੋਰਚਾ ਦੇਖਣ ਨੂੰ ਮਿਲੇਗਾ? ਇਹਦੀ ਉਮੀਦ ਲਗਾਤਾਰ ਬਣੀ ਰਹੇਗੀ। ਮੈਂ ਡਾਕਟਰ ਸਾਹਿਬ ਅਗਲੇ ਸਵਾਲ ਤੇ ਆਉਣਾ ਆ। ਸਵਾਲ ਇਹ ਆ ਕਿ ਸਰਕਾਰ ਨੇ ਕਿਹਾ ਕਿ ਅਸੀਂ 19-20 ਜੂਨ ਨੂੰ ਸੈਸ਼ਨ ਸੱਦਣ ਜਾ ਰਹੇ ਹਾਂ, ਵਿਸ਼ੇਸ਼ ਸੈਸ਼ਨ ਜਿਹੜਾ ਹੋਣਾ ਉਹਦੇ 'ਚ ਹੋਰ ਗੱਲਾਂ ਦੇ ਨਾਲ ਚਰਚਾਵਾਂ ਇਹ ਚੱਲ ਰਹੀ ਹੈ ਕਿ ਜਿਹੜਾ ਕੇਂਦਰ ਦੇ ਨਾਲ ਇੱਕ ਟਕਰਾਅ ਬਣਿਆ ਹੋਇਆ RDF ਨੂੰ ਲੈ ਕੇ, ਜਾਂ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਫੰਡ ਹੈ ਉਹਨੂੰ ਲੈ ਕੇ, ਜਾਂ ਪਿੱਛੇ ਜੇ ਲੋਨ ਲਿਮਿਟ ਨੂੰ ਲੈ ਕੇ, ਜਾਂ ਕੇਂਦਰ ਦੀਆਂ ਜਿੰਨੀਆਂ ਸਕੀਮਾਂ ਨੇ, ਕੇਂਦਰ ਕਹਿੰਦਾ ਆ ਕਿ ਸਾਨੂੰ ਹਿਸਾਬ ਕਿਤਾਬ ਦਿਓ, ਅਸੀਂ ਅੱਗੇ ਤੁਰਨ ਨੂੰ ਤਿਆਰ ਆ। ਪਰ ਪੰਜਾਬ ਸਰਕਾਰ ਜਿਹੜੀ ਆ ਉਹ ਕਹਿੰਦੀ ਹੈ ਕਿ ਹਿਸਾਬ ਕਿਤਾਬ ਤੇ ਚਲੋ ਪਿਛਲਿਆਂ ਦਾ ਜਿਹੜਾ ਵਿਗਾੜਿਆ ਹੋਇਆ, ਹੁਣ ਗਾਂਹ ਤੋਂ ਹਿਸਾਬ ਕਿਤਾਬ ਵੀ ਹੋਏਗਾ, ਪਰ ਘੱਟੋ ਘੱਟ ਜਿਹੜਾ ਪੰਜਾਬ ਦਾ ਹਿੱਸਾ ਬਣਦਾ ਆ ਉਹ ਕੇਂਦਰ ਕਿਤੋਂ ਹੋਰ ਤਾਂ ਜਾਂਦਾ ਨਹੀਂ ਉਹਨਾਂ ਕੋਲੇ। ਜੇ ਪੰਜਾਬ ਦੇ ਹਿੱਸੇ 'ਚੋਂ ਜਾਂਦਾ ਆ, GST ਜਾਂਦਾ, ਤੇ ਉਹਦੇ ਵਿੱਚੋਂ ਹੀ ਉਹ ਆਪਣਾ ਜਿਹੜਾ ਫੰਡ ਮੰਗਦੇ ਨੇ। ਤੇ ਇਹਨੂੰ ਰੋਕ ਲਾਉਣਾ ਹੋ ਸਕਦਾ ਹੈ ਕਿ ਇਹਨੂੰ ਲੈ ਕੇ ਵੀ ਕੋਈ ਮਤਾ ਉਸ ਜਿਹੜਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਉਹਦੇ ਵਿੱਚ ਪਾਸ ਕੀਤਾ ਜਾਵੇ, ਜਾਂ ਹੋਰ ਕਿਹੜਾ ਮੁੱਦਾ ਤੁਸੀਂ ਮੰਨਦੇ ਹੋ ਕਿ ਜਿਹੜਾ ਸਪੈਸ਼ਲ ਇਜਲਾਸ ਸੱਦਿਆ ਜਾਣਾ ਇਹਦੇ ਵਿੱਚ ਹੋਣਾ ਚਾਹੀਦਾ? ਸੁਖਵਿੰਦਰ ਜੀ ਇਹ ਦੇਖੋ, ਇਹਦੇ 'ਚ ਜਿੱਥੋਂ ਤੱਕ ਤੇ ਇਹ ਮਸਲੇ ਆ, ਜਿਸ ਤਰ੍ਹਾਂ ਅੱਜ ਆਪਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਮਾਨ ਸਾਹਿਬ ਦੀ ਸੁਣ ਰਹੇ ਸੀਗੇ, ਇਹ ਮਸਲੇ ਵੀ ਹੈਗੇ ਜਿਹੜੇ ਕੈਬਨਿਟ ਦੇ ਫੈਸਲੇ ਹੈ। ਇਹਨਾਂ ਵਿੱਚ ਹੋ ਸਕਦਾ ਹੈ ਕਿ ਕੁਝ ਕਾਨੂੰਨ ਸਾਜ਼ੀ ਦੀ ਵੀ ਲੋੜ ਹੋਵੇ ਤੇ ਉੱਥੇ ਕਾਨੂੰਨ ਨਿਰਮਾਣ ਹੋ ਜਾਏ, ਯਾਨੀ ਕਿ ਲੈਜਿਸਲੇਸ਼ਨ ਕਾਨੂੰਨ ਵੀ ਪਾਸ ਹੋ ਜਾਏਗਾ। ਸੋ ਇੱਕ ਤੇ ਇਹ ਹੈ ਜਿਹੜੀ। ਦੂਸਰੀ ਗੱਲ ਇਹ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇਹ ਰੈਜ਼ੋਲੂਸ਼ਨ ਵੀ ਪਾਸ ਕੀਤਾ ਜਾ ਸਕਦਾ ਹੈ ਜੋ ਕੇਂਦਰ ਵੱਲੋਂ ਕੱਟ ਲਾਏ ਜਾ ਰਹੇ ਹੈ ਜਾਂ ਫੰਡ ਰੋਕੇ ਜਾ ਰਹੇ ਹੈ। ਪਰ ਇਹ ਜਿਹੜਾ ਨਾ ਮੈਨੂੰ ਲੱਗਦਾ ਹੈ ਕਿ ਤਕਨੀਕੀ ਨਾਲੋਂ ਸਿਆਸੀ ਵਧੇਰੇ ਹੈ। ਤੁਸੀਂ ਦੇਖੋ ਕਿ ਇਹ ਜਿਹਨੂੰ ਆਪਾਂ ਕੇਂਦਰ ਵੱਲੋਂ, ਜਿਹਨੂੰ ਆਪਾਂ ਨਗੋਚਾਂ ਦੀਆਂ ਕੱਢਣੀ ਨਾ, ਟੋਚਰਬਾਜ਼ੀ ਜਿਸ ਨੂੰ ਆਪਾਂ ਕਹਿੰਦੇ, ਕਿ ਜੇ ਆ ਫੰਡ ਦਿੱਤਾ ਗਿਆ ਹੋਇਆ ਤੇ ਤੁਸੀਂ ਇਹਦਾ ਨਾਮਕਰਨ ਜਿਹੜਾ ਹੈ ਉਹ ਇਹੀ ਰੱਖੋ ਜੋ ਅਸੀਂ ਕਹਿੰਦੇ ਹਾਂ। ਇਹ ਤੇ ਫਿਰ ਬਿਲਕੁਲ ਫੈਡਰਲ ਢਾਂਚੇ ਤੇ ਉੱਪਰ ਬਿਲਕੁਲ ਡਾਕਾ ਹੈ ਨਾ ਵੀ। ਤੁਸੀਂ ਸਰਕਾਰ ਨੂੰ ਕਿਸੇ ਕਿਸਮ ਦੀ ਕੋਈ ਛੋਟ ਹੀ ਨਹੀਂ ਦੇਣਾ ਚਾਹੁੰਦੇ ਸੂਬਾਈ ਸਰਕਾਰਾਂ ਨੂੰ ਕਿ ਉਹ ਆਪਣੀਆਂ ਸਕੀਮਾਂ ਦਾ ਨਾਮਕਰਨ ਆਪਣੇ ਢੰਗ ਨਾਲ ਕਰ ਲੈਣ। ਯਾਨੀ ਕਿ ਜੇ ਹੈਲਥ ਵਾਸਤੇ ਉਹ ਪੈਸਾ ਆਉਂਦਾ ਤੇ ਹੈਲਥ ਵਾਸਤੇ ਉਹ ਖਰਚਣਾ ਤੇ ਉਹਨਾਂ ਦਾ ਨਾਂ ਜੇ ਆਪ ਕਲੀਨਿਕ ਰੱਖਿਆ ਜਾਏ ਤੇ ਉਹਦੇ ਨਾਲ ਕੀ ਫਰਕ ਦਾ, ਜਾਂ ਪੇਂਡੂ ਡਿਸਪੈਂਸਰੀ ਉਹਦਾ ਨਾਂ ਰੱਖਿਆ ਜਾਏ ਉਹਦੇ ਨਾਲ ਕੀ ਫਰਕ ਪੈਂਦਾ ਹੈ? ਇਹ ਨਾਮ ਇੰਨਾ ਮਹੱਤਵਪੂਰਨ ਨਹੀਂ ਹੈ। ਇਹ ਮੈਨੂੰ ਲੱਗਦਾ ਹੈ ਕਿ ਕੇਂਦਰ ਵੱਲੋਂ ਇਸ ਮਾਮਲੇ ਦੇ ਵਿੱਚ ਬਿਲਕੁਲ ਟੁੱਚਰਬਾਜ਼ੀ, ਔਰ ਮੈਂ ਸਮਝਦਾ ਕਿ ਇਹ ਸੰਘੀ ਅਸੂਲ ਦੇ ਵੀ ਉਲਟ ਹੈ। ਅੱਛਾ ਮੈਂ ਇੱਥੇ ਨਾ ਨਾਮ ਨੂੰ ਲੈ ਕੇ ਥੋੜਾ ਜਿਹਾ ਮੇਰੇ ਧਿਆਨ 'ਚ ਆਇਆ, ਦਰਸ਼ਕਾਂ ਦੇ ਵੀ ਹੋਣਾ, ਕਿ
ਜਿਹੜੀਆਂ ਸਾਡੇ ਹੁਣ ਡਿਸਪੈਂਸਰੀਆਂ ਜਿਵੇਂ ਸ਼ਹਿਰਾਂ ਦੇ ਵਿੱਚ ਨੇ ਤਾਂ ਜਾਂ ਪਿੰਡਾਂ ਦੇ ਵਿੱਚ ਨੇ, ਪੇਂਡੂ ਜਿਵੇਂ ਮੁੱਢਲਾ ਸਿਹਤ ਕੇਂਦਰ ਹੋ ਗਿਆ ਜਾਂ ਹੋਰ ਉਹਨਾਂ ਦੇ ਨਾਮ ਇਸ ਤਰ੍ਹਾਂ ਦੇ ਨੇ ਜਿਹਦੇ ਤੋਂ ਕਿਸੇ ਪਾਰਟੀ ਦੀ ਝਲਕ ਨਹੀਂ ਪੈਂਦੀ, ਤੇ ਕੀ ਮਤਲਬ ਕਿ ਇਹ ਜ਼ਰੂਰੀ ਹੋ ਜਾਂਦਾ ਕਿ ਜਦੋਂ ਅਸੀਂ ਮੁਹੱਲਾ ਕਲੀਨਿਕ ਜਾਂ ਉਹਨੂੰ ਉਸ ਤਰ੍ਹਾਂ ਦਾ ਨਾਮ ਆਮ ਆਦਮੀ ਕਲੀਨਿਕ ਦਿੰਦੇ ਆ ਤਾਂ ਉਹ ਇੱਕ ਪਾਰਟੀ ਉਹਦੇ ਵਿੱਚੋਂ ਵਿਸ਼ੇਸ਼ ਨਜ਼ਰ ਆਉਂਦੀ ਹੈ, ਤੇ ਕੇਂਦਰ ਇਹੀ ਗੱਲ ਕਹਿੰਦਾ ਆ ਕਿ ਸਰਕਾਰੀ ਸਕੀਮਾਂ ਨੇ ਕੇਂਦਰ ਵੱਲੋਂ ਆਈਆਂ ਨੇ ਉਹਨੂੰ ਉਸੇ ਤਹਿਤ ਹੀ ਜਿਹੜਾ ਅੱਗੇ ਪ੍ਰਚਾਰਿਆ ਜਾਏ। ਜੇ ਤੁਸੀਂ ਇੱਕ ਪਾਰਟੀ ਪੱਧਰ ਤੇ ਪਾਰਟੀ ਦੀ, ਕਿਉਂਕਿ ਨਾਮ ਤੇ ਉੱਥੇ ਜਾਣਾ, ਜੇ ਮੁੱਖ ਮੰਤਰੀ ਸਾਹਿਬ ਦੀ ਫੋਟੋ, ਇਹ ਵੀ ਤਾਂ ਸਵਾਲ ਖੜਾ ਹੁੰਦਾ ਨਾ ਕਿ ਆਪਣੀਆਂ ਫੋਟੋਆਂ ਲਾਉਣ ਦੀ ਕੀ ਲੋੜ ਹੈ। ਮੁੱਢਲਾ ਸਿਹਤ ਕੇਂਦਰ ਹੈ, ਪੇਂਡੂ ਸਿਹਤ ਕੇਂਦਰ ਹੈ, ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਡਿਸਪੈਂਸਰੀ ਆਪਾਂ ਕਹਿ ਰਹੇ ਹਾਂ ਉਹ 'ਚ ਕਿਸੇ ਸਰਕਾਰ ਦੀ ਝਲਕ ਨਹੀਂ। ਉੱਥੇ ਤਾਂ ਇਹ ਹੈ ਕਿ ਓਵਰਆਲ ਸਰਕਾਰਾਂ ਦਾ ਕਿਵੇਂ ਰਿਹਾ, ਕਿਵੇਂ ਦਾ ਪ੍ਰਬੰਧਨ ਰਿਹਾ, ਉਹਦੀ ਗੱਲ ਆਉਂਦੀ ਹੈ, ਉਹ ਜਿਹੜੀ ਮਰਜ਼ੀ ਸਰਕਾਰ ਆਵੇ। ਤੁਸੀਂ ਉਹ ਠੀਕ ਕਹਿ ਰਹੇ ਹੋ। ਦੇਖੋ ਇਹ ਵੀ ਆਮ ਆਦਮੀ ਕਲੀਨਿਕ, ਇਹ 'ਚ ਕੋਈ ਸ਼ੱਕ ਨਹੀਂ ਕਿ ਇਹ ਆਮ ਆਦਮੀ ਪਾਰਟੀ ਨੇ ਜਦੋਂ ਇਹ ਨਾਂ ਰੱਖਿਆ ਨਾ ਜੀ, ਇਹ ਦਿੱਲੀ ਦੇ ਤਰਜ਼ ਤੇ ਰੱਖਿਆ। ਦਿੱਲੀ ਦੇ ਵਿੱਚ ਵੀ ਉਹਨਾਂ ਨੇ ਇਹੀ ਰੱਖਿਆ ਸੀਗਾ, ਨਾਮਕਰਨ ਕੀਤਾ ਸੀ, ਤੇ ਉਹੀ ਨਾਮਕਰਨ ਇੱਥੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋਏ ਹੈ। ਤਾਂ ਮੈਂ ਇਸ ਹੱਦ ਤੱਕ ਮੰਨਦਾ ਦੇਖੋ ਕਿ ਭਾਵੇਂ ਇਹਦੇ 'ਚ ਝਲਕ ਆਉਂਦੀ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਵਿੱਚ ਹਵਾਲਾ ਆ ਜਾਂਦਾ ਆਮ ਆਦਮੀ ਦਾ, ਪਰ ਮੈਨੂੰ ਲੱਗਦਾ ਕਿ ਇਹਨਾਂ ਮੁੱਢਲੀ ਗੱਲ ਇਹ ਹੈ ਨਹੀਂ ਗੀ। ਇਹ ਹੈਗਾ ਜਨ ਸਧਾਰਨ ਦਾ ਵਾਸਿਆ। ਆਪਾਂ ਕਹਿੰਦੇ ਕਿ ਉਹਨੂੰ ਆਮ ਆਦਮੀ ਲਈ ਕਹਿ ਦਿੱਤਾ ਤੇ ਜਨ ਸਧਾਰਨ ਕਹਿ ਦਿੱਤਾ ਜਾਏ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹਦੇ ਵਿੱਚ ਸਿਆਸੀ ਥੋੜਾ ਜਿਹਾ ਝੁਕਾਅ ਤੇ ਹੈਗਾ ਆਮ ਆਦਮੀ ਪਾਰਟੀ ਦਾ ਕਿ ਆਪਣੀ ਪਾਰਟੀ ਦਾ ਨਾਂ ਜਿਹੜਾ ਉਜਾਗਰ ਕੀਤਾ ਜਾਏ। ਇਹ ਅਵਾਇਡ ਹੋ ਸਕਦਾ, ਇਹ ਕੋਈ ਵੱਡੀ ਗੱਲ ਨਹੀਂ ਹੈ, ਪਰ ਮੈਂ ਤਾਂ ਸਮਝਦਾ ਕਿ ਇਹ ਅਵਾਇਡ ਹੋ ਸਕਦਾ ਤੇ ਇਹਨਾਂ ਨੂੰ ਵੀ ਕਰ ਲੈਣਾ ਚਾਹੀਦਾ। ਪਰ ਕੇਂਦਰ ਨੇ ਜਿਹੜੀ ਇਹ ਟੁੱਚਰਬਾਜ਼ੀ ਕੀਤੀ ਹੈ, ਹੁਣ ਤੁਸੀਂ ਦੇਖੋ ਕਿ ਥਾਂ ਥਾਂ ਕੇਂਦਰ ਸਰਕਾਰ ਜਿਹੜੀ ਉਹਨਾਂ ਦੀਆਂ ਜਿੰਨੀਆਂ ਸਕੀਮਾਂ ਹੁੰਦੀਆਂ ਉੱਥੇ ਮੋਦੀ ਸਾਹਿਬ ਤੇ ਉਹਨਾਂ ਮੰਤਰੀਆਂ ਦੀਆਂ ਫੋਟੋਆਂ ਆਉਂਦੀਆਂ, ਔਰ ਜਿਹੜੀਆਂ ਵੀ ਸਕੀਮਾਂ ਹੁੰਦੀਆਂ ਇਨਾਗੂਰੇਸ਼ਨ ਜਦੋਂ ਹੁੰਦੀ ਹੈ ਉਹ ਮੋਦੀ ਸਾਹਿਬ ਹੀ ਕਰਦੇ ਨੇ, ਤੇ ਉਹ ਪਾਰਟੀਆਂ ਜਿਹੜੀਆਂ ਹੁੰਦੀਆਂ ਆਪਣੇ ਲੀਡਰ ਨੂੰ ਪ੍ਰੋਜੈਕਟ ਕਰਦੀਆਂ ਹੀ ਹੁੰਦੀਆਂ। ਸੋ ਜੇ ਇੱਥੇ ਆਮ ਆਦਮੀ ਕਲੀਨਿਕ ਦੇ ਵਿੱਚ ਮਾਨ ਸਾਹਿਬ ਦੀ ਫੋਟੋ ਲੱਗਦੀ ਹੈ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਉਹਨਾਂ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿ ਸੂਬਾਈ ਸਰਕਾਰਾਂ ਨੇ ਆਪਣਾ ਜਿਹੜਾ ਮੁਖੀ ਹੈ ਉਹਦੀ ਫੋਟੋ ਪ੍ਰੋਜੈਕਟ ਕਰਨੀ ਹੀ ਹੁੰਦੀ ਆ, ਆਪਣਾ ਇਮੇਜ ਪ੍ਰੋਜੈਕਟ ਕਰਨਾ ਹੀ ਹੁੰਦਾ ਹੈ। ਇਹ ਸਿਆਸਤ ਦਾ ਮੁੱਢਲਾ ਜਿਹਨੂੰ ਆਪਾਂ ਕਹੀਏ ਕਿ ਇੱਕ ਅਸੂਲ ਹੈ ਕਿ ਜਿਸ ਵੀ ਪਾਰਟੀ ਦੀ ਸਰਕਾਰ ਹੋਏ ਉਹ ਆਪਣੀ ਪਾਰਟੀ ਦੇ ਮੁਖੀ ਨੂੰ ਉਹ ਪ੍ਰਮੋਟ ਕਰਨਾ ਚਾਹੁੰਦੇ ਹੈ। ਤੁਸੀਂ ਦੇਖੋ ਆਪਾਂ ਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਚਾਹੇ ਆਪਾਂ ਕਾਂਗਰਸ ਸਰਕਾਰ ਸੀ ਜਾਂ ਇਸ ਤੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਸੀ ਤੇ ਬੱਸਾਂ ਦੇ ਉੱਪਰ ਵੀ ਫੋਟੋ ਚੀਫ ਮਿਨਿਸਟਰ ਸਾਹਿਬ ਦੀ ਹੀ ਲੱਗੀ ਹੁੰਦੀ ਸੀਗੀ, ਔਰ ਥਾਂ ਥਾਂ ਤੇ ਜਿੱਥੇ ਵੀ ਉਦਘਾਟਨ ਹੁੰਦਾ ਸੀ ਉਹ ਮੰਤਰੀ ਦਾ ਹੋਵੇ ਚਾਹੇ ਉਹ ਚੀਫ ਮਿਨਿਸਟਰ ਦਾ ਹੋਵੇ। ਸੋ ਇਹ ਸਿਆਸੀ ਪਾਰਟੀਆਂ ਕਰਦੀਆਂ ਹੀ ਹੁੰਦੀਆਂ। ਪਰ ਇੱਕ ਜਿਹੜੀ ਇਹਦੇ ਵਿੱਚ ਸੁਖਵਿੰਦਰ ਦੀ ਮਸਲਾ ਇਹ ਹੈ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਸਿਆਸੀ ਜਿਹਾ ਟਕਰਾਓ ਜਿਹਾ ਕੇਂਦਰ ਦੇ ਨਾਲ ਇਹ ਬੇਲੋੜਾ ਵੀ ਹੁੰਦਾ। ਇਹ ਕੁਝ ਹੱਦ ਤੱਕ ਤੇ ਮੈਂ ਸਮਝਦਾ ਕਿ ਫੈਡਰਲ ਢਾਂਚੇ ਦੀ ਸਮੱਸਿਆ ਹੁੰਦੀ ਹੈ, ਕੁਝ ਹੁੰਦੀ ਹੈ ਕਿ ਉਹ ਸਿਆਸੀ ਹਿੱਤਾਂ ਦਾ ਟਕਰਾਓ ਹੁੰਦਾ। ਇਸ ਵੇਲੇ ਮੈਨੂੰ ਲੱਗਦਾ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਜਿਹੜੀ ਹੈ ਉਹਨਾਂ ਦਾ ਸਿਆਸੀ ਹਿੱਤਾਂ ਦਾ ਟਕਰਾਓ ਜਿਹੜਾ ਹੈਗਾ ਉਹ ਵਧੇਰੇ ਨਜ਼ਰ ਆ ਰਿਹਾ ਹੈ, ਔਰ ਉਹ ਟਕਰਾਓ ਦਾ ਹੀ ਪ੍ਰਗਟਾਵਾ ਹੈ ਜਿਸ ਆਧਾਰਿਤ ਇਹ ਕੇਂਦਰ ਵੱਲੋਂ ਨੀਤੀਆਂ ਜਾਂ ਟੁੱਚਰਾਂ ਤੁਸੀਂ ਕਹਿ ਲਓ ਕੀਤੀਆਂ ਜਾ ਰਹੀਆਂ ਜਾਂ ਆਬਜੈਕਸ਼ਨ ਲਾਈਆਂ ਜਾ ਰਹੀਆਂ। ਹੁਣ ਮਸਲਨ ਤੁਸੀਂ ਆਪਾਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦੀ ਹੀ ਤੁਸੀਂ ਗੱਲ ਕਰਦੇ ਹੋ, ਮੰਡੀਕਰਨ ਦੀ ਗੱਲ ਕਰਦੇ ਹੋ, ਹੁਣ ਇਹ ਪੰਜਾਬ ਦੀ ਤੇ ਆਰਥਿਕਤਾ ਹੈ ਹੀ ਇਹ ਤੇ ਨਿਰਭਰ ਕਰਦੀ ਹੈ, ਔਰ ਖਾਸ ਕਰਕੇ ਪੇਂਡੂ ਵਿਕਾਸ ਇਹ ਤੇ ਹੀ ਨਿਰਭਰ ਕਰਦਾ ਹੈ। ਹੁਣ ਇੱਕ ਗੱਲ ਤੇ ਠੀਕ ਹੈ ਕਿ ਪੁਰਾਤਨ ਜਿਹੜਾ ਖਰਚਾ ਹੋਇਆ ਪਿਛਲੀਆਂ ਸਰਕਾਰਾਂ ਨੇ ਜੋ ਖਰਚੇ ਕੀਤੇ ਜਾਂ ਜਿਸ ਢੰਗ ਨਾਲ ਕੀਤੇ ਉਹਦੇ ਲਈ ਇਸ ਸਰਕਾਰ ਨੂੰ ਤੁਸੀਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਉਹ ਜੇ ਤੁਸੀਂ ਕਹੋ ਕਿ ਸਾਨੂੰ ਤੁਸੀਂ ਉਹ ਪੁਰਾਣਾ ਹਿਸਾਬ ਕਿਤਾਬ ਦਿਓ, ਇਹ ਤੇ ਗੱਲ ਮੈਨੂੰ ਲੱਗਦਾ ਕਿ ਜਾਇਜ਼ ਨਹੀਂ ਹੈ। ਇਹਨਾਂ ਤੇ ਕੰਡੀਸ਼ਨ ਇਹ ਜ਼ਰੂਰ ਆਇਦ ਕੀਤੀ ਜਾ ਸਕਦੀ ਹੈ ਕਿ ਜਿਹੜੇ ਤੁਸੀਂ ਇਹ ਇਨਕਮ ਹੋਣੀ ਹੈ ਤੁਹਾਨੂੰ ਮੰਡੀਆਂ ਤੋਂ, ਇਹਦੀ ਤੁਸੀਂ ਖਰਚਾ ਜਿਹੜਾ ਹੈ ਨਿਰਧਾਰਿਤ ਮਦਾਂ ਤੇ ਹੀ ਕਰ ਸਕੋਗੇ
ਨਿਰਧਾਰਿਤ ਜਿਹੜੇ ਆਪਣੇ ਕਾਰਜ ਹਨ ਉਹਨਾਂ ਵਿੱਚ ਹੀ ਕਰੋਗੇ। ਜੇ ਤੁਸੀਂ ਉਹਨਾਂ 'ਚ ਨਹੀਂ ਕਰੋਗੇ ਤੇ ਤੁਹਾਡਾ ਪੈਸੇ ਤੇ ਅਸੀਂ ਰੋਕ ਲਾ ਦਿਆਂਗੇ। ਉਸ ਹੱਦ ਤੱਕ ਤੇ ਉਚਿਤ ਹੈ। ਪਰ ਪੁਰਾਣਾ ਮੰਗਦੇ ਹੋ, ਪੁਰਾਣੀਆਂ ਸਰਕਾਰਾਂ ਨੇ ਕੀ ਕੀਤਾ, ਉਹ ਮੈਨੂੰ ਲੱਗਦਾ ਕਿ ਉਹ ਜ਼ਿਆਦਤੀ ਹੈ। ਉਹ ਕੇਂਦਰ ਸਿਆਸੀ ਕਿਹੜ ਕੱਢਣ ਕਰਕੇ ਮੈਨੂੰ ਲੱਗਦਾ ਹੈ ਕਿ ਉਹ ਕਰ ਰਿਹਾ ਹੋਇਆ। ਜੀ ਸੁਖਵਿੰਦਰ, ਬਿਲਕੁਲ ਬਿਲਕੁਲ, ਇਹ ਵੀ ਹੋ ਸਕਦਾ ਹੈ ਕਿ ਫੰਡ ਨਾਲੋਂ ਨਾਲ ਚੱਲਦਾ ਰਹੇ। ਇਸ ਸਰਕਾਰ ਦਾ ਹਿਸਾਬ ਇਹ ਤੋਂ ਮੰਗਿਆ ਜਾਵੇ, ਪਿਛਲੀ ਸਰਕਾਰ ਦਾ ਜਿਹੜਾ ਹਿਸਾਬ ਹੈ ਉਹਦੀ ਵੀ ਨਾਲੋਂ ਨਾਲ ਪੜਤਾਲ ਚੱਲਦੀ ਰਹੇ, ਕਿਉਂਕਿ ਇਹਦੇ ਨਾਲ ਫਿਰ ਇਹਨਾਂ ਦਾ ਵੀ ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਕਿਸੇ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਤੇ ਜੇ ਪਿਛਲੇ ਸਮਿਆਂ 'ਚ ਹੋਇਆ ਤੇ ਉਹਦਾ ਚਿੱਟਾ ਜਿਹੜਾ ਆ ਉਹ ਸਾਹਮਣੇ ਆ ਜਾਣਾ ਚਾਹੀਦਾ ਕਿਸੇ ਸੈਸ਼ਨ ਦੇ ਵਿੱਚ, ਵਾਈਟ ਪੇਪਰ ਉਹ ਤੇ ਵੀ ਜਾਰੀ ਕਰ ਦੇਣ ਕਿ ਦੇਖੋ ਜੀ ਕੇਂਦਰ ਨੇ ਆਹ ਘੱਲਿਆ ਸੀ, ਇਹ ਫਲਾਣੀ ਸਰਕਾਰ ਨੇ ਆਹ ਕਰਤਾ, ਦੂਜਿਆਂ ਨੇ ਆਹ ਕਰਤਾ, ਅਸੀਂ ਜਿਹੜਾ ਆ ਉਹ ਬਿਲਕੁਲ ਸਹੀ ਥਾਂ ਦੇ ਉੱਤੇ ਲਾ ਰਹੇ ਆ। ਇਹ ਵੀ ਹੋਣਾ ਚਾਹੀਦਾ। ਕੇਂਦਰ ਨੂੰ ਵੀ ਚਾਹੀਦਾ ਕਿ ਸੂਬੇ ਦੇ ਨਾਲ ਸਹਿਯੋਗ ਕਰਕੇ ਚੱਲੇ, ਕਿਉਂਕਿ ਜੇ ਸੂਬਿਆਂ ਦੇ ਨਾਲ ਸਹਿਯੋਗ ਨਹੀਂ ਕੀਤਾ ਜਾਵੇਗਾ ਤਾਂ ਫਿਰ ਆਮ ਲੋਕ ਜਿਹੜੇ ਨੇ ਜਿਨ੍ਹਾਂ ਨੇ ਹੁਣ ਡਿਸਪੈਂਸਰੀਆਂ ਤੋਂ ਦਵਾਈ ਜਾਂ ਇਲਾਜ ਵੱਡੇ ਹਸਪਤਾਲਾਂ 'ਚੋਂ ਜਾ ਕੇ ਕਰਾਉਣਾ, ਜੇ ਉੱਥੇ ਦਵਾਈਆਂ ਹੀ ਨਹੀਂ ਪੂਰੀਆਂ ਹੋਣਗੀਆਂ, ਜੇ ਉੱਥੇ ਸਟਾਫ ਹੀ ਨਹੀਂ ਮੁਕੰਮਲ ਹੋਏਗਾ, ਉੱਥੇ ਪ੍ਰਬੰਧ ਨਹੀਂ ਹੋਏਗਾ, ਜੇ ਪਿੰਡਾਂ ਦੇ ਵਿੱਚ ਜੇ RDF ਜਿਹੜਾ ਫੰਡ ਹੈ ਰੂਰਲ ਡਿਵੈਲਪਮੈਂਟ ਫੰਡ, ਉਹ ਸੜਕਾਂ ਨਹੀਂ ਬਣਨੀਆਂ, ਹੋਰ ਸਾਫ਼ ਸਫਾਈ ਜੋ ਪਿੰਡਾਂ ਦੀ ਜਾਂ ਫਿਰ ਮੰਡੀਆਂ ਨੂੰ ਲੈ ਕੇ ਜਿਹੜਾ ਰੱਖ ਰਖਾਅ ਜੇ ਉਹ ਨਹੀਂ ਹੋਏਗਾ ਤੇ ਸਫ਼ਰ ਤਾਂ ਆਮ ਲੋਕਾਂ ਨੂੰ ਕਰਨਾ ਪੈਣਾ ਆ। ਤੇ ਫਿਰ ਕੋਸ਼ਿਸ਼ ਇਹ ਹੋਵੇ ਕਿ ਇਹ ਰਲ ਮਿਲ ਕੇ ਜਿਵੇਂ ਚੱਲਦਾ। ਇੱਕ ਡਾਕਟਰ ਸਾਹਿਬ ਇਹਦੇ ਵਿੱਚ ਹੋਰ ਬੜਾ ਖਾਸ ਹੈ ਕਿ ਜਿਹੜਾ ਰਾਜਪਾਲ ਸਾਹਿਬ ਦੇ ਨਾਲ ਜਿਹੜਾ ਅਕੋਰਡਿੰਗ ਟੂ ਪ੍ਰੋਟੋਕੋਲ ਚੱਲਦਾ ਆ ਕਿ ਤੁਸੀਂ ਕਿਵੇਂ ਉਹਨਾਂ ਦੇ ਰੁਤਬੇ ਨੂੰ ਨਾਲ ਬਰਕਰਾਰ ਰੱਖਣਾ ਹੈ। ਹਾਂ, ਇਹ ਜ਼ਰੂਰ ਹੈ ਕਿ ਕਈ ਥਾਵਾਂ ਦੇ ਉੱਤੇ ਜਦੋਂ ਸਵਾਲ ਇਹ ਉੱਠਦਾ ਕਿ ਰਾਜਪਾਲ ਸਾਹਿਬ ਕੀ ਮਤਲਬ ਕਿ ਉਹਨਾਂ ਦੀ ਜਿਹੜੀ ਦਖਲ ਅੰਦਾਜ਼ੀ ਹੈ ਜਾਂ ਜਿਵੇਂ ਬਾਰਡਰ ਏਰੀਆਜ਼ ਦੇ ਵਿੱਚ ਜਾ ਰਹੇ ਨੇ, ਉੱਥੇ ਵਿਚਰ ਰਹੇ ਨੇ, ਉਹਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਕੀ ਵਾਕਈ ਉਹਨਾਂ ਦਾ ਕੋਈ ਬਣਦਾ ਆ ਹੱਕ ਏਦਾਂ ਜਾਣ ਦਾ ਜਾਂ ਕੀ ਆ, ਜਾਂ ਉਹਨਾਂ ਦਾ ਦਾਇਰਾ ਕਿੰਨਾ ਕੁ ਹੈ। ਪਰ ਜੇ ਇਹ ਟਕਰਾਅ ਲਗਾਤਾਰ ਅੱਗੇ ਵੱਧਦਾ ਹੈ, ਜਿਵੇਂ ਹੁਣ ਖਬਰਾਂ 'ਚ ਚਰਚਾਵਾਂ ਨੇ ਕਿ ਮਾਣਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਤੁਹਾਨੂੰ ਰਾਜਪਾਲ ਸਾਹਿਬ ਦੀਆਂ ਚਿੱਠੀਆਂ ਦਾ ਜਾਂ ਉਹਨਾਂ ਵੱਲੋਂ ਮੰਗੇ ਗਏ ਸਵਾਲਾਂ ਦਾ ਜਵਾਬ ਤਾਂ ਦੇਣਾ ਪੈਣਾ ਆ, ਜਿਸ ਹੱਦ ਤੱਕ ਉਹਨਾਂ ਮਤਲਬ ਕਿ ਅਕੋਰਡਿੰਗ ਟੂ ਪ੍ਰੋਟੋਕੋਲ ਬਣਦਾ। ਪਰ ਜੇ ਇਹ ਗੱਲ ਨਹੀਂ ਹੁੰਦੀ ਤਾਂ ਇਹ ਵੀ ਪੰਜਾਬ ਦੇ ਲਈ ਇੱਕ ਵੱਡਾ ਸੰਕਟ ਬਣ ਸਕਦਾ ਕਿ ਰਾਜਪਾਲ, ਜਿਵੇਂ ਇਹਨਾਂ ਨੇ ਫਿਰ ਕਹਿਣਾ ਕਿ ਰਾਜਪਾਲ ਸਾਹਿਬ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਤੇ ਉਹ ਕੇਂਦਰ ਦੇ ਜ਼ਰੀਏ ਨਹੀਂ ਕਰਨ ਦੇ ਰਹੇ। ਫਿਰ ਇਹ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਰਾਜਪਾਲ ਸਾਹਿਬ ਦੇ ਨਾਲ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਰਲ ਮਿਲ ਕੇ ਚੱਲਣਾ ਆ। ਮਤਲਬ ਉਹ ਰਲ ਮਿਲ ਕੇ ਨਹੀਂ ਕਿ ਜਿਵੇਂ ਪਿਛਲਿਆਂ ਦੇ ਵਾਰੀ ਹੁੰਦਾ ਰਿਹਾ, ਕਿ ਤੁਸੀਂ ਕਿਵੇਂ ਤਾਲਮੇਲ ਬਿਠਾ ਕੇ ਕੇਂਦਰ ਤੇ ਸੂਬਾ ਸਰਕਾਰ ਦੇ ਵਿਚਾਲੇ ਜੋ ਰਾਜਪਾਲ ਦੀ ਭੂਮਿਕਾ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਸਹੀ ਅੱਗੇ ਤੋਰਨਾ ਆ। ਸੁਖਵਿੰਦਰ ਜੀ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਅਰਜ਼ ਕਰ ਰਿਹਾ ਸੀਗਾ ਕਿ ਇਹ ਮੁੱਢਲੇ ਤੌਰ ਤੇ ਸਿਆਸੀ ਹਿੱਤਾਂ ਦੇ ਟਕਰਾਓ ਦੇ ਟਰਮਸ ਵਿੱਚ ਆਪਾਂ ਇਸ ਨੂੰ ਸਮਝ ਸਕਾਂਗੇ, ਕਿਉਂਕਿ ਮੈਨੂੰ ਤੇ ਨਿੱਜੀ ਤੌਰ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਕੇਂਦਰ ਵੱਲੋਂ ਪੰਜਾਬ ਦੇ ਵਿੱਚ ਇਹ ਬਾਰਡਰ ਇਲਾਕਾ ਜਿਹੜੀ 50 ਕਿਲੋਮੀਟਰ ਤੱਕ ਕਰ ਦਿੱਤਾ ਸੀਗਾ, ਉਹ ਆਪਾਂ ਏਰੀਆ ਵਧਾਤਾ, ਉੱਥੇ ਗਵਰਨਰ ਸਾਹਿਬ ਵਾਰ-ਵਾਰ ਜਾਂਦੇ ਹੈ। ਇਹ ਤਾਂ ਲੱਗਦਾ ਇਹ ਹੈ ਵੀ ਡਾਇਆਰਕੀ ਇੱਥੇ ਹੋ ਗਈ ਹੈ, ਯਾਨੀ ਕਿ ਦੋਹਰਾ ਸ਼ਾਸਨ ਹੋ ਗਿਆ ਹੋਇਆ। ਤੇ ਕੁਝ ਖੇਤਰ ਹੈਗੇ ਆ ਜਿੱਥੇ ਰਾਜਪਾਲ ਸਾਹਿਬ ਸਿੱਧੇ ਹੀ ਜਾਂਦੇ ਹੈ ਤੇ ਸਰਕਾਰੀ ਤੰਤਰ ਉੱਥੇ ਉਹਨਾਂ ਦੇ ਨਾਲ ਜਾਣਾ ਪੈਂਦਾ, ਉਹਨਾਂ ਚੀਫ ਸੈਕਟਰੀ ਹੋਵੇ ਜਾਂ ਜੇ ਪੁਲਿਸ ਅਧਿਕਾਰੀ ਹੋਣ ਉਹਨਾਂ ਨੂੰ ਉੱਥੇ ਜਾਣਾ ਪੈਂਦਾ। ਯਾਨੀ ਕਿ ਸਿੱਧੀ ਦਖਲ ਅੰਦਾਜ਼ੀ ਇਹ ਪ੍ਰਸ਼ਾਸਨ ਦੇ ਵਿੱਚ ਜਿਹੜੀ ਹੋ ਰਹੀ ਹੈ, ਮੈਂ ਇਹਨੂੰ ਸ਼ੁਭ ਸ਼ਗਨ ਨਹੀਂ ਮੰਨਦਾ। ਇਹ ਸੰਘੀ ਢਾਂਚੇ ਦੇ ਬਿਲਕੁਲ ਉਲਟ ਹੈ ਔਰ ਇਹ ਮੈਨੂੰ ਲੱਗਦਾ ਹੈ ਕਿ ਇਹ ਗਵਰਨਰ ਸਾਹਿਬ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸੁਝਾਅ ਜ਼ਰੂਰ ਦੇ ਦੇਣੇ ਚਾਹੀਦੇ ਹੈ ਕਿ ਭਈ ਇਹ ਆਪਾਂ ਨੂੰ ਇਸ ਢੰਗ ਨਾਲ ਕੀਤਾ ਜਾ ਸਕਦਾ, ਯਾਨੀ ਕਿ ਉਹ ਇਨਡਾਇਰੈਕਟ ਜੇ ਢੰਗ ਨਾਲ, ਤੇ ਉਹ ਜਿਸ ਢੰਗ ਨਾਲ ਉਹ ਡਾਇਰੈਕਟਲੀ ਇੰਟਰਫੀਅਰ ਕਰ ਰਹੇ ਨੇ, ਜਾ ਰਹੇ ਨੇ ਔਰ ਉੱਥੇ ਇਸ ਤਰ੍ਹਾਂ ਪੈਰਲਲ ਇੱਕ ਪਾਵਰ ਸੈਂਟਰ ਬਣ ਰਿਹਾ ਹੈ, ਇਹ ਠੀਕ ਨਹੀਂ ਹੈ ਸੁਖਵਿੰਦਰ ਜੀ। ਪਰ ਦੂਸਰਾ ਪੱਖ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਉਹ ਵੀ ਬਿਲਕੁਲ ਠੀਕ ਹੈ ਕਿ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਕੁਝ ਗੱਲਾਂ ਦੇ ਵਿੱਚ ਜੋ ਗਵਰਨਰ ਦਾ ਅਧਿਕਾਰ ਖੇਤਰ ਹੈ ਜਾਣਕਾਰੀ ਪ੍ਰਾਪਤ ਕਰਨ ਦਾ, ਜਿਹਦੇ ਬਾਰੇ ਮਾਣਯੋਗ ਅਦਾਲਤ ਨੇ ਵੀ ਇਹ ਸਥਾਪਿਤ ਕਰ ਦਿੱਤਾ, ਗੱਲ ਪ੍ਰਵਾਨ ਕਰ ਲਈ ਔਰ ਡਾਇਰੈਕਸ਼ਨ ਹੈਗੀਆਂ ਕਿ ਤੁਹਾਨੂੰ ਇਹਨਾਂ ਕੰਮਾਂ ਦੇ ਵਿੱਚ ਜਾਂ ਕੁਝ ਜਿਹੜੇ ਤੁਸੀਂ ਕਾਰਜ ਕਰਦੇ ਹੋ ਔਰ ਜਾਣਕਾਰੀ ਗਵਰਨਰ ਸਾਹਿਬ ਮੰਗਦੇ ਹੋ ਤੁਹਾਨੂੰ ਦੇਣੀ ਚਾਹੀਦੀ ਹੈ। ਇਹ ਸੰਵਿਧਾਨਕ ਪ੍ਰਾਵਧਾਨ ਹਨ, ਉਹਨਾਂ ਅਨੁਸਾਰ ਤੁਹਾਨੂੰ ਕਾਰਜ ਕਰਨਾ ਚਾਹੀਦਾ ਔਰ ਉਹਦੀ ਉਲੰਘਣਾ ਵੀ ਇਹ ਕਰ ਰਿਹਾ। ਮੈਨੂੰ ਇਹ ਬਿਲਕੁਲ ਸਮਝ ਨਹੀਂ ਆ ਰਹੀ ਕਿ ਇਹ ਕਿਉਂ ਏਦਾਂ ਕਰਦੇ ਹੈ। ਸੋ ਇਹ
ਬਿਲਕੁਲ ਮੇਰੀ ਸਮਝ ਤੋਂ ਪਰੇ ਹੈ, ਜਾਂ ਇਹ ਇੱਦਾਂ ਹੀ ਕਿਹਾ ਜਾ ਸਕਦਾ ਹੈ ਕਿ ਜੇ ਉਹ ਸਿਆਸੀ ਖੇਡ ਕੇਂਦਰ ਵਾਲੇ ਇੱਕ ਢੰਗ ਨਾਲ ਕੱਢਦੇ ਤੇ ਇਹ ਦੂਸਰੇ ਢੰਗ ਨਾਲ, ਯਾਨੀ ਕਿ ਐਵੇਂ ਸਿਆਸੀ ਟਕਰਾਓ ਜਿਹਾ ਪੈਦਾ ਕੀਤਾ ਹੋਇਆ। ਮੈਂ ਤੇ ਇੱਕ ਸੁਹਿਰਦ ਪੰਜਾਬੀ ਦੇ ਨਾਤੇ ਇਹੀ ਸਮਝਦਾ ਕਿ ਇਹ ਟਕਰਾਓ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ, ਨਾ ਹੀ ਦੇਸ਼ ਦੇ ਹਿੱਤ ਵਿੱਚ ਹੈ। ਇਹ ਦੋਨਾਂ ਹੀ ਸਰਕਾਰਾਂ ਨੂੰ, ਕੇਂਦਰ ਔਰ ਇੱਥੋਂ ਦੀ ਸਰਕਾਰ ਨੂੰ ਤਾਲਮੇਲ ਬਿਠਾਉਣ ਦੀ ਲੋੜ ਹੈ। ਸਿਆਸੀ ਲੜਾਈ ਖੇਡ ਜਿਹੜਾ ਤੁਹਾਡਾ ਹੈ ਉਹ ਤੁਸੀਂ ਸਿਆਸੀ ਖੇਤਰ ਵਿੱਚ ਲੜਾਈ ਆਪਣੀ ਜਾਰੀ ਰੱਖੋ, ਪਰ ਜਿੱਥੋਂ ਤੱਕ ਪ੍ਰਬੰਧਨ ਹੈ, ਸੰਵਿਧਾਨਕ ਸੰਸਥਾਵਾਂ ਦਾ ਪ੍ਰਚਾਲਨ ਹੈ, ਜਿਸ ਢੰਗ ਨਾਲ ਉਹਨਾਂ ਨਾਲ ਚੱਲਣਾ ਹੈ, ਉਹਨਾਂ ਨੂੰ ਉਹਨਾਂ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਚਲਾਉਣਾ ਚਾਹੀਦਾ। ਜੇ ਤੁਸੀਂ ਉਹਦੇ ਵਿੱਚ ਹਰ ਥਾਂ ਸਿਆਸਤ ਵਾੜ ਲਾਓਗੇ ਤਾਂ ਉਹ ਸੁਖਵਿੰਦਰ ਜੀ, ਮੈਨੂੰ ਲੱਗਦਾ ਹੈ ਇਹ ਸ਼ੁਭ ਸ਼ਗਨ ਨਹੀਂ ਹੈ ਤੇ ਦੋਨੇ ਹੀ ਪਾਸਿਆਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਜੀ ਸੁਖਵਿੰਦਰ, ਬਿਲਕੁਲ ਬਿਲਕੁਲ। ਅੱਜ ਦੀ ਕੈਬਨਿਟ ਦੇ ਵਿੱਚ ਇਹ ਖਾਸ ਰਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਐਲਾਨ ਕੀਤਾ ਕਿ ਅਸੀਂ ਟੀਚਰਾਂ ਨੂੰ ਕੋਈ ਵੀ ਕਾਨੂੰਨੀ ਅੜਚਨ ਨਹੀਂ ਆਉਣ ਦਿਆਂਗੇ। ਟੋਟਲ 14,239 ਟੀਚਰ ਜਿਹੜੇ ਨੇ ਉਹਨਾਂ ਨੂੰ ਪੱਕਾ ਕਰਨ ਦਾ ਇਹਨਾਂ ਨੇ ਫੈਸਲਾ ਕੀਤਾ। 10 ਸਾਲ ਦੀ ਸੇਵਾ ਨਿਭਾਉਣ ਵਾਲੇ 7,902 ਜਿਹੜੇ ਨੇ ਉਹ ਪੱਕੇ ਹੋਣਗੇ ਤੇ ਜਿਹੜੀ 10 ਸਾਲ ਦੀ ਸੇਵਾ ਪੂਰੀ ਨਾ ਕਰਨ ਵਾਲੇ 6,337 ਨੇ। ਕੁੱਲ ਮਿਲਾ ਕੇ 14,000 ਤੋਂ ਉੱਤੇ ਦੀ ਗਿਣਤੀ ਬਣਦੀ ਹੈ। ਇੱਕ ਡਾਕਟਰ ਸਾਹਿਬ ਬੜਾ ਇਹਦੇ ਵਿੱਚ ਖਾਸ ਪੱਖ ਇਹ ਆ ਕਿ ਇੱਕ ਤਾਂ ਲੋਕ ਅੱਗੇ ਹੀ ਜਿਹੜੇ ਉਹ ਆਰਥਿਕਤਾ ਦੀ ਮਾਰ ਝੱਲਦੇ ਨੇ, ਜਿਸ ਤਰੀਕੇ ਨਾਲ ਮਹਿੰਗਾਈ ਹੈ, ਸਿਲੰਡਰ ਮਹਿੰਗਾ, ਹਾਲਾਂਕਿ ਠੀਕ ਹੈ ਬਿਜਲੀ ਦੇ ਬਿੱਲ ਨਹੀਂ ਆਉਂਦੇ ਉਹਨਾਂ ਲੋਕਾਂ ਨੂੰ ਜਿਹੜੇ ਵਿਚਾਰੇ ਮਤਲਬ ਕਿ ਪਹਿਲਾਂ ਹੀ ਆਤੁਰ ਸੀਗੇ ਸਰਕਾਰ ਦੀਆਂ ਨੀਤੀਆਂ ਤੋਂ, ਸਰਕਾਰਾਂ ਦੀਆਂ ਤੋਂ। ਪਰ ਸਰਕਾਰ ਨੇ ਇੱਕ ਬੜਾ ਵਧੀਆ ਗੱਲ ਕੀਤੀ ਕਿ ਜਿਹੜੇ ਪਰਲ ਵਾਲੇ ਨੇ ਉਹਨੂੰ, ਹਾਲਾਂਕਿ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਨਾ ਸਾਬਤ ਹੋਏ, ਉਹਨਾਂ ਨੇ ਕਿਹਾ ਕਿ ਪਰਲ ਦੇ ਵਿੱਚ ਜਿੰਨਾ ਵੀ ਜਿਹੜਾ ਚਿੱਟ ਫੰਡ ਦੇ ਵਿੱਚ ਲੋਕ ਏਦਾਂ ਪੈਸਾ ਲਾ ਦਿੰਦੇ ਸੀਗੇ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ 10 ਸਾਲ ਦੀ ਸਜ਼ਾ ਜਿਹੜੀ ਆ ਉਹਨਾਂ ਨੂੰ ਕਰਾਂਗੇ ਜਿਹੜੇ ਲੋਕ ਏਦਾਂ ਠੱਗੀਆਂ ਮਾਰਦੇ ਨੇ। ਦੂਜਾ ਉਹਨਾਂ ਨੇ ਕਿਹਾ ਕਿ ਜ਼ਮੀਨ ਐਕਵਾਇਰ ਕਰਾਂਗੇ ਉਹਨਾਂ ਦੀ, ਪਰਲ ਵਾਲਿਆਂ ਦੀ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਮਸਲਾ ਪੰਜਾਬ ਦਾ ਬਣਦਾ ਆ ਕਿ ਆਮ ਲੋਕ ਜਿਹੜੇ ਵਿਚਾਰੇ ਗਰੀਬ ਸੀ, ਰੇਹੜੀ ਰਿਕਸ਼ਾ ਚਲਾਉਣ ਵਾਲੇ, ਉਹਨਾਂ ਨੂੰ ਵੀ ਇੱਕ ਉਮੀਦ ਜਾਗੀ ਸੀ ਕਿ ਸ਼ਾਇਦ ਪਰਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਰਹਿਣ ਸਹਿਣ 'ਚ ਕੋਈ ਤਬਦੀਲੀ ਲੈ ਕੇ ਆਏਗੀ। ਪਰ ਇੱਕ ਜਿਹੜੀ ਠੱਗੀ ਹੈ ਉਸ ਨੇ ਅੱਜ ਤੱਕ ਲੋਕਾਂ ਦੇ ਲੱਖਾਂ ਰੁਪਏ ਉਹਦੇ ਵਿੱਚ ਫਸੇ ਹੋਏ ਨੇ, ਕਿਸੇ ਦਾ ਹਜ਼ਾਰਾਂ ਦੇ ਵਿੱਚ ਗਿਣਤੀ ਦੇ ਵਿੱਚ ਫਸਿਆ ਹੋਇਆ। ਪਰ ਉਹ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਕੱਲੇ ਭੰਗੂ ਨੂੰ ਅੰਦਰ ਕਰਨ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ, ਜ਼ਮੀਨਾਂ ਐਕਵਾਇਰ ਕਹਿੰਦੇ ਕੀਤੀਆਂ ਜਾਣਗੀਆਂ ਉਹਨਾਂ ਦੀਆਂ। ਠੀਕ ਹੈ, ਬਿਲਕੁਲ ਸੁਖਵਿੰਦਰ ਜੀ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਹਾਂ ਪੱਖੀ ਫੈਸਲਾ ਹੈਗਾ ਔਰ ਇਹ ਹਾਂਦਰੂ ਦਿਸ਼ਾ ਵਿੱਚ ਇਹ ਲਿਆ ਗਿਆ ਨਿਰਣਾ ਹੈਗਾ। ਮੈਨੂੰ ਲੱਗਦਾ ਹੈ ਕਿ ਇਹ ਓਵਰ ਡਿਊ ਸੀ, ਇਹ ਕਰਨਾ ਚਾਹੀਦਾ ਹੈ, ਕਿਉਂਕਿ ਸਿਰਫ ਇਹ ਕਿਸੇ ਨੂੰ ਕੀ ਫਾਇਦਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਜਿਹੜਾ ਚਾਲਕ ਹੈਗਾ ਕਿਸੇ ਚਿੱਟ ਫੰਡ ਕੰਪਨੀ ਦਾ ਜਾਂ ਕੋਈ ਹੋਰ ਕਾਰਜ ਜਿਹੜੇ ਠੱਗੀ ਠੋਰੀ ਕਰਦੇ ਆ, ਤੁਸੀਂ ਉਹ ਫੜ ਕੇ ਜੇਲ੍ਹ ਵਿੱਚ ਵੀ ਭੇਜ ਦਿਓਗੇ ਤਾਂ ਜਿਨ੍ਹਾਂ ਪੈਸਾ ਲਾਇਆ ਹੋਇਆ, ਜਿਨ੍ਹਾਂ ਦਾ ਪੈਸਾ ਡੁੱਬ ਗਿਆ, ਉਹਨਾਂ ਨੂੰ ਕੀ ਫਾਇਦਾ ਵਿਚਾਰਿਆਂ ਨੂੰ। ਹੁਣ ਉਹ ਹੈ ਜਿਹੜਾ ਇਹਨਾਂ ਨੇ ਫੈਸਲਾ ਲਿਆ ਹੈ, ਮੈਨੂੰ ਲੱਗਦਾ ਹੈ ਕਿ ਬਹੁਤ ਅੱਛਾ ਫੈਸਲਾ ਹੈ ਕਿ ਜਿਨ੍ਹਾਂ ਲੋਕਾਂ ਨੇ ਪੈਸਾ ਉੱਥੇ ਲਾਇਆ, ਜਿਨ੍ਹਾਂ ਦਾ ਪੈਸਾ ਡੁੱਬ ਗਿਆ ਸੀ, ਉਹ ਜਿਹੜੇ ਅਸੈਟ ਹੈਗੇ ਇਹੋ ਜਿਹੀਆਂ ਕੰਪਨੀਆਂ ਦੇ, ਉਹ ਅਸੈਟ ਕੁਰਕ ਕੀਤੇ ਜਾਣਗੇ, ਉਹਨਾਂ ਦਾ ਮੁੱਲ ਲਿਖਿਆ ਜਾਏਗਾ ਔਰ ਉਹ ਪੈਸੇ ਇਕੱਠੇ ਕਰਕੇ ਜਿਨ੍ਹਾਂ ਨੇ ਪੈਸੇ ਲਾਏ ਹੈ ਉਹਨਾਂ ਨੂੰ ਪੈਸੇ ਵਾਪਸ ਦਿੱਤੇ ਜਾਣਗੇ ਜਿੰਨੇ ਕੁ ਉਹਨਾਂ ਨੂੰ ਮਿਲਦੇ ਆ। ਆਪਾਂ ਨੂੰ ਪਤਾ ਹੈ ਕਿ ਇਹ ਪਰਲ ਗਰੁੱਪ ਵਾਲਿਆਂ ਦੇ ਕੋਲ ਜ਼ਮੀਨ ਕਾਫੀ ਹੈਗੀ ਹੈ ਜਿਹੜੀ ਇਹਨਾਂ ਨੇ ਖਰੀਦ ਕੇ ਰੱਖੀ ਔਰ ਅਸੈਟ ਵੀ ਹੈਗੇ। ਆਪਾਂ ਨੂੰ ਪਤਾ ਹੈ ਕਿ ਆਹ ਜਿਹੜਾ ਹੌਸਪੀਟਲ ਵੀ ਚੱਲ ਰਿਹਾ ਬਨੂੜ ਦੇ ਲਾਗੇ, ਆਪਾਂ ਨੂੰ ਪਤਾ ਹੈ ਜਿਹੜਾ ਇਹ ਵੀ ਉਸੇ ਕੰਪਨੀ ਦਾ, ਔਰ ਹੋਰ ਕਈ ਕੰਪਨੀ ਜਿਹੜੀਆਂ ਹੈਗੀਆਂ ਜ਼ਮੀਨਾਂ ਖਰੀਦੀਆਂ ਜਿੱਥੇ ਕਾਲੋਨੀਜ਼ ਬਣੀਆਂ ਹੋਈਆਂ। ਸੋ ਉਹ ਗੱਲ ਠੀਕ ਹੈ। ਇਹਨੂੰ ਹੁਣ ਅੱਗੇ ਜਾ ਕੇ ਕੋਈ ਕਾਨੂੰਨੀ ਅੜਚਨ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਬਾਅਦ ਦੀ ਗੱਲ ਹੈ, ਪਰ ਸਿਧਾਂਤਕ ਤੌਰ ਤੇ ਸੁਖਵਿੰਦਰ ਜੀ ਮੈਂ ਸਮਝਦਾ ਕਿ ਇਹ ਨਿਰਣਾ ਬਹੁਤ ਉਚਿਤ ਹੈ, ਲੋਕ ਹਿੱਤਾਂ ਦਾ ਪੱਖੀ ਹੈ ਔਰ ਇਹ ਫੈਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਮੈਨੂੰ ਇਹ ਠੀਕ ਲੱਗਿਆ ਹੈ ਤਾਂ ਜੋ ਜਿਹੜਾ ਜਨ ਸਧਾਰਨ ਹੈ ਉਹ ਜੇ ਠੱਗਿਆ ਗਿਆ ਤਾਂ ਕੁਝ ਤੇ ਉਹਨੂੰ ਵਾਪਸ ਪ੍ਰਾਪਤ ਹੋਵੇ ਔਰ ਇਹ
ਬਹੁਤ ਅੱਛਾ ਫੈਸਲਾ ਲਿਆ ਗਿਆ ਹੈ ਮੇਰੇ ਮੁਤਾਬਕ ਸੁਖਵਿੰਦਰ। ਬਿਲਕੁਲ ਬਿਲਕੁਲ। ਆਖਰੀ ਇਹਦੇ ਵਿੱਚ ਇਹ ਰਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਅਵਾਰਾ ਪਸ਼ੂਆਂ ਨੂੰ ਲੈ ਕੇ ਵੀ ਕਿਹਾ। ਪਿੱਛੇ ਜੇ ਜਿਹੜੇ ਇਹਨਾਂ ਦੇ ਇੰਦਰਬੀਰ ਸਿੰਘ ਨਿੱਜਰ ਨੇ ਉਹ ਵੀ ਇਹ ਗੱਲ ਕਹਿੰਦੇ ਸੀ, ਹਾਲਾਂਕਿ ਹੁਣ ਮੰਤਰੀ ਮੰਡਲ ਤੋਂ ਅਸਤੀਫਾ ਉਹਨਾਂ ਦਾ ਹੋ ਗਿਆ, ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੱਕ ਨੀਤੀ ਲੈ ਕੇ ਆ ਰਹੇ ਹਾਂ ਕਿ ਉਹਨਾਂ ਨੂੰ ਟੈਗ ਕੀਤਾ ਜਾਏਗਾ ਜਿਹੜੇ ਅਵਾਰਾ ਪਸ਼ੂ ਨੇ, ਜਾਂ ਗਊਸ਼ਾਲਾਵਾਂ ਦੇ ਵਿੱਚ ਛੱਡਿਆ ਜਾਵੇਗਾ, ਉਹ ਸਾਰਾ ਕੁਝ ਕੀਤਾ ਜਾਏਗਾ। ਹੁਣ ਇਹਨਾਂ ਨੇ ਕਿਹਾ ਕਿ ਅਸੀਂ ਮੇਬੀ 5 ਲੱਖ ਰੁਪਏ ਦਾ ਜਿਹੜਾ ਅਨਾਉਂਸ ਕੀਤਾ ਆ ਕਿ ਉਹਨਾਂ ਪੀੜਤ ਪਰਿਵਾਰਾਂ ਨੂੰ ਫਿਰ ਦਿੱਤਾ ਜਾਏਗਾ। ਪਰ ਵੱਡੀ ਗੱਲ ਡਾਕਟਰ ਸਾਹਿਬ ਇਹਦੇ ਵਿੱਚ ਇਹ ਆ ਕਿ ਕੀ ਇਹ ਮਤਲਬ ਕਿ ਵਕਤੀ ਤੌਰ ਦੇ ਉੱਤੇ ਇਹਦਾ ਹੱਲ ਸਿਰਫ ਇੱਥੇ ਤੱਕ ਸੀਮਤ ਰਹਿਣਾ ਚਾਹੀਦਾ, ਜਾਂ ਫਿਰ ਇਹਦੇ ਵਿੱਚ ਹੋਰ ਵੀ ਕੰਮ ਕਰਨ ਦੀ ਲੋੜ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ? ਸੁਖਵਿੰਦਰ ਜੀ, ਇਹ ਮੈਨੂੰ ਲੱਗਦਾ ਕਿ ਨੀਤੀ ਪੱਧਰ ਤੇ ਇਹ ਠੀਕ ਫੈਸਲਾ ਹੈਗਾ। ਤੇ ਸਮੱਸਿਆ ਆਪਣੀ ਜਿਹੜੀ ਹੈ ਨਾ, ਇੰਨੀ ਪੰਜਾਬ ਦੀ ਨਹੀਂ ਹੈ ਅਵਾਰਾ ਡੰਗਰਾਂ ਦੀ, ਜਿੰਨੇ ਕਿ ਮੈਨੂੰ ਲੱਗਦਾ ਕਿ ਬਾਹਰੋਂ ਆਪਣੇ ਆ ਜਾਂਦੇ, ਯਾਨੀ ਕਿ ਰਾਜਸਥਾਨ ਚੋਂ ਔਰ ਇਸ ਹੋਰ ਇਲਾਕਿਆਂ ਦੇ ਵਿੱਚੋਂ ਡੰਗਰ ਇੱਧਰ ਆ ਜਾਂਦੇ ਆ। ਆਪਣੇ ਪੰਜਾਬ ਦੇ ਵੀ ਡੰਗਰ, ਅਵਾਰਾ ਡੰਗਰ ਜਿਹੜੇ ਆਉਂਦੇ ਆ, ਔਰ ਉਹ ਮੈਨੂੰ ਲੱਗਦਾ ਕਿ ਫੈਸਲਾ ਕਰਨਾ ਲਾਜ਼ਮੀ ਸੀਗਾ। ਨੁਕਸਾਨ ਬਹੁਤ ਹੁੰਦਾ ਸੁਖਵਿੰਦਰ ਜੀ। ਇੱਕ ਤੇ ਆਪਾਂ ਨੂੰ ਪਤਾ ਹੈ ਕਿ ਸੜਕਾਂ ਤੇ ਅਵਾਰਾ ਡੰਗਰ ਇੰਨੇ ਫਿਰਦੇ ਨੇ ਤੇ ਐਕਸੀਡੈਂਟ ਬੜੇ ਹੁੰਦੇ ਨੇ। ਜਦੋਂ ਐਕਸੀਡੈਂਟ ਹੋ ਜਾਂਦਾ, ਉਹਨਾਂ ਨੇ ਕਿਹਾ ਵੀ ਜਿਹੜਾ ਕਿਸੇ ਦਾ ਨੁਕਸਾਨ ਹੋ ਜਾਂਦਾ, ਜਾਨੀ ਨੁਕਸਾਨ, ਤੇ ਅੱਗੇ 1 ਲੱਖ ਸੀ ਸ਼ਾਇਦ ਮੁਆਵਜ਼ਾ, ਤੇ ਹੁਣ 5 ਲੱਖ ਅਸੀਂ ਦਿਆਂਗੇ। ਚਲੋ ਇਹ ਠੀਕ ਹੈ, ਪੋਜ਼ੀਟਿਵ ਹੈ, ਇਹ ਤਾਂ ਚਲੋ ਹੋ ਗਿਆ। ਪਰ ਜਿਹੜਾ ਇਹ ਹੈਗਾ ਨਾ, ਇਹਨੂੰ ਇਹ ਪ੍ਰੋਬਲਮ ਜਿਹੜੀ ਹੈ ਗੱਲਾਂ ਬਾਤਾਂ ਠੀਕ ਨਹੀਂ ਹੋਣ ਵਾਲੀ। ਦੇਖੋ ਕਿ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ ਜਦੋਂ ਖੇਤਾਂ ਦੇ ਵਿੱਚ ਜਾਂਦੇ ਆ, ਵੱਗਾਂ ਦੇ ਵੱਢ ਜਾਂਦੇ ਆ ਡੰਗਰਾਂ ਦੇ, ਤੇ ਕਣਕ ਜਦੋਂ ਹੁੰਦੀ ਹੈ ਜਾਂ ਝੋਨਾ ਲੱਗਿਆ ਹੁੰਦਾ ਜਾਂ ਹੋਰ ਫਸਲਾਂ ਹੁੰਦੀਆਂ, ਜਿੰਨਾ ਉਜਾੜਾ ਹੁੰਦਾ ਹੈ। ਔਰ ਮੈਨੂੰ ਪਤਾ ਇਸ ਗੱਲ ਦਾ ਸੁਖਵਿੰਦਰ ਜੀ, ਕਈ ਥਾਈਂ ਨੀਲ ਗਾਈਆਂ ਔਰ ਹੋਰ ਇਹਨਾਂ ਡੰਗਰਾਂ ਕਰਕੇ ਲੋਕਾਂ ਨੇ ਹਰ ਖੇਤ ਦੇ ਦੁਆਲੇ ਜਿਹੜੀ ਹੈ ਨਾ, ਉਹ ਬਲੇਡਾਂ ਵਾਲੀ ਤਾਰ ਲਾਈ ਹੋਈ ਹੈ। ਖਾਸ ਕਰਕੇ ਇੱਧਰ ਤੁਸੀਂ ਜਾਓਗੇ ਨਾ, ਫਾਜ਼ਿਲਕਾ, ਮੁਕਤਸਰ, ਅਬੋਹਰ ਵਾਲੇ ਪਾਸੇ, ਉੱਥੇ ਕਿਉਂਕਿ ਉਹ ਨੀਲ ਗਾਈਆਂ ਔਰ ਹੋਰ ਆ ਡੰਗਰ ਜਿਹੜੇ ਇੰਨਾ ਨੁਕਸਾਨ ਕਰਦੇ ਹੈ, ਉਹਨਾਂ ਨੇ ਉਹ ਕੰਡਿਆਲੀ ਤਾਰ ਹੈਗੀ, ਇੱਕ ਬਲੇਡਾਂ ਵਾਲੀ ਤਾਰ ਹੁੰਦੀ ਜਿਹੜੀ ਤਿੱਖੇ ਜਿਹੇ ਹੁੰਦੇ ਆ, ਉਹਨਾਂ ਦੀ ਹਰੇਕ ਖੇਤ ਦੇ ਦੁਆਲੇ ਲਾਉਣੀ ਪੈਂਦੀ ਹੈ ਔਰ ਰਾਖੀ ਵੀ ਕਰਨੀ ਪੈਂਦੀ ਹੈ। ਇਹਨਾਂ ਦਾ ਬਹੁਤ ਵੱਡਾ ਮੈਨਸ ਹੈ ਔਰ ਇਹਨੂੰ ਕੰਟਰੋਲ ਕਰਨ ਦੀ ਲੋੜ ਆ। ਮੈਨੂੰ ਲੱਗਦਾ ਹੈ ਕਿ ਇਹ ਸਿਧਾਂਤਕ ਤੌਰ 'ਤੇ ਫੈਸਲਾ ਬਿਲਕੁਲ ਠੀਕ ਹੈ। ਇਹ ਕਿਸ ਤਰ੍ਹਾਂ ਇਹਨੂੰ ਲਾਗੂ ਕੀਤਾ ਜਾਂਦਾ, ਇਹਦੀ ਨੀਤੀ ਦੇ ਡਿਟੇਲਸ ਕੀ ਹੋਣੀਆਂ, ਜਦੋਂ ਨੀਤੀ ਬਣ ਕੇ ਆਏਗੀ ਉਦੋਂ ਪਤਾ ਲੱਗੇਗਾ। ਪਰ ਇਹਦੀ ਲੋੜ ਜ਼ਰੂਰ ਸੀ। ਇਹ ਠੀਕ ਦਿਸ਼ਾ ਵਿੱਚ ਲਿਆ ਗਿਆ ਫੈਸਲਾ ਹੈ ਸੁਖਵਿੰਦਰ ਜੀ। ਇਹਦੀ ਵੀ ਆਪਾਂ ਨੂੰ ਸ਼ਲਾਘਾ ਕਰਨੀ ਬਣਦੀ ਹੈ। ਦੇਖਾਂਗੇ ਇਹ ਕਿ ਕਿਸ ਹੱਦ ਤੱਕ ਇਹ ਲਾਗੂ ਹੁੰਦਾ ਹੈ, ਇਹਦੇ ਰਿਜ਼ਲਟਸ ਕੀ ਆਉਂਦੇ ਨੇ, ਇਹ ਤੇ ਸਮਾਂ ਹੀ ਦੱਸੇਗਾ। ਪਰ ਨੀਤੀ ਪੱਧਰ ਤੇ ਇਹ ਫੈਸਲਾ ਮੈਨੂੰ ਠੀਕ ਲੱਗਦਾ। ਨਹੀਂ, ਬਿਲਕੁਲ ਬਿਲਕੁਲ। ਜੋ ਸਰਕਾਰ ਵੱਲੋਂ ਜੋ ਫੈਸਲਾ ਸ਼ਲਾਘਾਯੋਗ ਹੁੰਦਾ ਤਾਂ ਉਹਦੇ ਉੱਤੇ ਵੀ ਚਰਚਾ ਲਗਾਤਾਰ ਚੱਲਣੀ ਚਾਹੀਦੀ ਹੈ ਕਿ ਇਹਦੇ ਵਿੱਚ ਹੋਰ ਕੀ ਸੁਧਾਰ ਹੋ ਸਕਦਾ, ਕਿਉਂਕਿ ਸੁਝਾਅ ਬਹੁਤ ਹੁੰਦੇ ਨੇ ਸਰਕਾਰ ਤੱਕ ਜਿਹੜੇ ਕਈ ਵਾਰੀ ਨਹੀਂ ਵੀ ਪਹੁੰਚਦੇ, ਜਿਹੜੇ ਮਤਲਬ ਕਿ ਜਿਨ੍ਹਾਂ ਨੇ ਹੰਢਾਇਆ ਹੁੰਦਾ। ਜੇ ਅਵਾਰਾ ਪਸ਼ੂਆਂ ਦੀ ਮਾਰ ਕਿਸਾਨਾਂ ਨੂੰ ਪੈ ਰਹੀ ਆ ਤੇ ਉਹਨਾਂ ਨੂੰ ਪਤਾ ਆ ਕਿ ਇਹਦਾ ਹੱਲ ਕੀ ਹੋ ਸਕਦਾ, ਕਿਵੇਂ ਕੁਝ ਸਲਾਹਾਂ ਵੀ ਨਾਲ, ਸੁਝਾਅ ਵੀ ਸਰਕਾਰ ਨੂੰ ਨਾਲੋਂ ਨਾਲ ਲੈ ਲੈਣੇ ਚਾਹੀਦੇ ਨੇ। ਸੋ ਮੈਂ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਠੀਕ ਹੈ ਜੀ, ਧੰਨਵਾਦ ਜੀ ਸੁਖਵਿੰਦਰ ਜੀ। ਧੰਨਵਾਦ ਸਰ, ਧੰਨਵਾਦ।